is to help। ਸੁਪਰਵਿਜ਼ਨ ਦਾ ਕੀ ਪਰਪਸ ਹੁੰਦਾ ਹੈ? ਫਰੈਂਡਸ, ਇਹ ਵੀਡੀਓ ਨੂੰ ਪੌਜ਼ ਕਰੋ ਤੇ ਅਟੈਂਪਟ ਕਰਨ ਦੀ ਕੋਸ਼ਿਸ਼ ਕਰੋ। ਇੱਥੇ ਤੁਸੀਂ ਐਲੀਮੀਨੇਸ਼ਨ ਟੈਕਨੀਕ ਯੂਜ਼ ਕਰਨੀ ਹੈ। ਐਲੀਮੀਨੇਸ਼ਨ ਟੈਕਨੀਕ, ਪਹਿਲਾਂ ਉਹ ਆਪਸ਼ਨਸ ਐਲੀਮੀਨੇਟ ਕਰੋ ਜਿਹੜੇ ਤੁਹਾਨੂੰ ਲੱਗਦੇ ਆ ਕਿ ਨਹੀਂ ਹੋ ਸਕਦੇ। ਠੀਕ ਹੈ। ਦੂਜੀ ਚੀਜ਼ ਕੀ ਹੈ? ਸੁਪਰਵਿਜ਼ਨ ਕੀ ਹੁੰਦਾ? ਸੁਪਰਵਿਜ਼ਨ, ਇੱਥੇ ਤਾਂ ਆਪਾਂ ਸੁਪਰਵਿਜ਼ਨ ਇਨ ਐਜੂਕੇਸ਼ਨ ਦੀ ਗੱਲ ਕਰ ਰਹੇ ਹਾਂ। ਜੇ ਸੁਪਰਵਿਜ਼ਨ ਨਾਰਮਲ ਹੋਵੇ, ਤੁਹਾਡੇ ਘਰੇ ਕੋਈ ਮਿਸਤਰੀ ਕੰਮ ਕਰ ਰਹੇ ਨੇ, ਉਹਨਾਂ ਦਾ ਇੱਕ ਸੁਪਰਵਾਈਜ਼ਰ ਹੁੰਦਾ ਹੈ। ਸੁਪਰਵਾਈਜ਼ਰ ਦਾ ਕੀ ਪਰਪਸ ਹੁੰਦਾ ਹੈ, ਇਹ ਸੋਚ ਕੇ ਦੇਖੋ। ਠੀਕ ਹੈ। ਇੱਥੇ ਸਕੂਲ ਦੀ ਗੱਲ ਕਰ ਰਹੇ ਹਾਂ ਆਪਾਂ, ਤੇ ਸਕੂਲ ਦੇ ਵਿੱਚ ਮੇਨ ਪਰਪਸ ਕੀ ਹੈ ਸੁਪਰਵਿਜ਼ਨ ਦਾ? ਦੇਖੋ ਇੱਥੇ ਆਪਸ਼ਨ ਦੇਖੀਏ ABCD। ਕੀ ਸਕੂਲ ਦਾ ਪਰਪਸ ਸਿਰਫ ਟੀਚਰਸ ਨਾਲ ਹੁੰਦਾ ਹੈ? ਨਹੀਂ ਯਾਰ, ਸਕੂਲ ਦਾ ਜੋ ਵੀ ਕੁਝ ਹੋ ਰਿਹਾ ਇਟ ਇਜ਼ ਆਲ ਰਿਲੇਟਡ ਟੂ ਸਟੂਡੈਂਟਸ। ਸਟੂਡੈਂਟਸ ਲਈ ਟੀਚਰ ਰੱਖੇ ਜਾ ਰਹੇ ਨੇ, ਤੇ ਟੀਚਰਸ ਦੀ ਟ੍ਰੇਨਿੰਗ ਵੀ ਸਟੂਡੈਂਟਸ ਲਈ ਹੋ ਰਹੀ ਹੈ ਤਾਂ ਕਿ ਸਟੂਡੈਂਟਸ ਲਰਨ ਕਰ ਸਕਣ ਚੀਜ਼ਾਂ ਨੂੰ। ਠੀਕ ਹੈ। ਚਲੋ ਆਪਸ਼ਨਸ ਦੇਖਦੇ ਹਾਂ। ਟੀਚਰਸ ਇਨ ਡੀਲਿੰਗ ਪਿਊਪਲਸ, ਦੇਖੋ ਕੋਈ ਆਪਸ਼ਨ ਨਹੀਂ ਬਣਦੀ। ਟੀਚਰਸ ਇਨ ਅੰਡਰਸਟੈਂਡਿੰਗ ਪੀਪਲ, ਪੀਪਲ ਹੁੰਦੇ ਸਟੂਡੈਂਟਸ। ਠੀਕ ਹੈ। ਇਹ ਨਹੀਂ ਹੁੰਦਾ, ਜਿਵੇਂ ਜੇ ਤੁਸੀਂ PU ਦੇ ਵਿੱਚ ਪੜ੍ਹੋਗੇ ਤੁਸੀਂ ਤਾਂ ਤੁਹਾਨੂੰ ਇੱਕ ਪਿਊਪਿਲ ਨੰਬਰ ਮਿਲਦਾ ਹੈ। ਹਰ ਇੱਕ ਸਟੂਡੈਂਟ ਨੂੰ ਪਿਊਪਿਲ ਨੰਬਰ ਮਿਲਦਾ ਯੂਨੀਵਰਸਿਟੀ ਵੱਲੋਂ। ਠੀਕ ਹੈ। ਟੀਚਰਸ ਇਨ ਇੰਪਰੂਵਿੰਗ ਮੈਥਡਸ, ਨੋ। ਬੇਸਿਕ ਪਰਪਸ ਸਕੂਲ ਐਜੂਕੇਸ਼ਨ ਦੇ ਵਿੱਚ ਸੁਪਰਵਿਜ਼ਨ ਦਾ ਹੈ ਕਿ ਚਿਲਡਰਨ ਹੈ ਜਿਹੜੇ ਉਹ ਬਹੁਤ ਇਫੈਕਟਿਵਲੀ ਲਰਨ ਕਰਨ ਜੋ ਵੀ ਚੀਜ਼ਾਂ ਉਹਨਾਂ ਨੂੰ ਮਿਲ ਰਹੀਆਂ ਨੇ। ਤਾਂ ਫਰੈਂਡਸ, ਜੇ ਕਿਸੇ ਨੂੰ ਇਹ ਵੀਡੀਓ ਬਹੁਤ ਫਾਸਟ ਲੱਗ ਰਹੀ ਹੈ ਤਾਂ ਪਲੀਜ਼ ਸਲੋ ਕਰ ਲੇ, ਜੇ ਕਿਸੇ ਨੂੰ ਸਲੋ ਲੱਗ ਰਹੀ ਹੈ ਤਾਂ ਫਾਸਟ ਕਰ ਲੇ, ਕਿਉਂਕਿ ਇਹ ਵੀਡੀਓ ਮੈਂ ਹਰ ਇੱਕ ਸਟੂਡੈਂਟ ਲਈ ਬਣਾ ਰਿਹਾ। ਡਿਫਰੈਂਟ ਤਰ੍ਹਾਂ ਦੇ ਸਟੂਡੈਂਟਸ ਹੁੰਦੇ ਨੇ, ਕਿਸੇ ਦੀ ਅੰਡਰਸਟੈਂਡਿੰਗ ਪਾਵਰ ਜ਼ਿਆਦਾ ਹੁੰਦੀ ਹੈ, ਕਿਸੇ ਦੀ ਘੱਟ ਹੁੰਦੀ ਹੈ। ਇਹ ਜਿਹੜੇ ਮੈਥਡਸ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਇਹ ਟਾਈਮ ਟੈਸਟਡ ਮੈਥਡਸ ਨੇ। ਮੈਂ ਆਪਣੇ ਬਾਰੇ ਤੁਹਾਨੂੰ ਕਲੀਅਰਲੀ ਨਹੀਂ ਦੱਸਿਆ ਹਜੇ। ਮੈਂ 5 ਵਾਰ PCS ਐਗਜ਼ਾਮੀਨੇਸ਼ਨ ਕਲੀਅਰ ਕਰ ਚੁੱਕਿਆ, ਮੇਨਸ 3 ਵਾਰ ਇੰਟਰਵਿਊ 'ਚ ਬਹਿ ਚੁੱਕਿਆ, 5 ਵਾਰ UPSC ਮੇਨਸ ਦਿੱਤਾ ਹੈ ਤੇ 1 ਵਾਰ ਇੰਟਰਵਿਊ ਦਿੱਤੀ ਹੋਈ ਹੈ। ਚਲੋ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਹੁਣ ਆਪਾਂ ਸੁਪਰਵਿਜ਼ਨ ਦੀ ਗੱਲ ਕੀਤੀ ਸੀ ਕਿ ਸੁਪਰਵਿਜ਼ਨ ਦਾ ਰਿਲੇਟਡ ਕੁਐਸਚਨ ਸੀ, ਤਾਂ ਸੁਪਰਵਿਜ਼ਨ ਕੀ ਹੁੰਦਾ? ਸਕੂਲ ਦੀ ਟਰਮਸ ਦੇ ਵਿੱਚ ਸੁਪਰਵਿਜ਼ਨ ਆਪਾਂ ਕਿਸ ਨੂੰ ਕਹਾਂਗੇ? ਕਾਮਨਲੀ ਯੂਜ਼ ਟਰਮ ਹੈ ਸੁਪਰਵਿਜ਼ਨ। ਇਹਦਾ ਮਤਲਬ ਹੁੰਦਾ ਹੈ ਕਿਸੇ ਨੂੰ ਗਾਈਡ ਕਰਨਾ, ਸਟੀਮੂਲੇਟ ਕਰਨਾ, ਮਤਲਬ ਉਕਸਾਉਣਾ ਕਿਸੇ ਦੀਆਂ ਐਕਟੀਵਿਟੀਜ਼ ਨੂੰ ਤਾਂ ਕਿ ਉਹ ਬੰਦਾ ਇੰਪਰੂਵ ਕਰੇ ਆਪਣੇ ਆਪ ਨੂੰ। ਇਹਦਾ ਪਰਪਸ ਹੈ ਇੱਕ ਇੰਸਟਰਕਸ਼ਨ ਜਿਹੜਾ ਪ੍ਰੋਗਰਾਮ ਹੈ ਉਹ ਬਣਾਇਆ ਜਾਵੇ ਯੂਥ ਨੂੰ ਦੇਖਦੇ ਹੋਏ, ਮਾਡਰਨ ਡੈਮੋਕ੍ਰੈਟਿਕ ਸੁਸਾਇਟੀ ਦੇ ਯੂਥ ਨੂੰ, ਤੇ ਨਾਲ ਦੀ ਨਾਲ ਮਟੀਰੀਅਲ ਪ੍ਰੋਵਾਈਡ ਕਰਨਾ ਤੇ ਮੈਥਡਸ ਆਫ ਟੀਚਿੰਗ, ਤੇ ਅਸਲੀ ਪਰਪਸ ਹੈ enabling the children to learn more easily and effectively। ਤਾਂ ਐਜੂਕੇਸ਼ਨ ਦੇ ਵਿੱਚ ਜੇ ਸੁਪਰਵਿਜ਼ਨ ਹੋ ਰਹੀ ਹੈ ਤਾਂ ਟੀਚਰਸ ਦੀ ਹੋ ਰਹੀ ਹੈ, ਬੱਚਿਆਂ ਦੀ ਹੋ ਰਹੀ ਹੈ, ਤੇ ਹੋਰ ਜਿਹੜਾ ਸਟਾਫ ਹੈ ਜਿਹੜਾ ਟੀਚਿੰਗ ਨਾਲ ਰਿਲੇਟਡ ਨਹੀਂ ਉਹਨਾਂ ਦੀ ਵੀ ਹੋ ਰਹੀ ਹੈ ਸੁਪਰਵਿਜ਼ਨ। ਬਟ ਅਲਟੀਮੇਟਲੀ ਜਿਹੜਾ ਐਂਡ ਗੋਲ ਹੈ ਉਹ ਗੋਲ ਹੈ ਕਿ ਜਿਹੜੇ ਬੱਚੇ ਹੈ ਉਹ ਚੀਜ਼ਾਂ ਨੂੰ ਲਰਨ ਕਰਨ ਈਜ਼ੀਲੀ ਤੇ ਇਫੈਕਟਿਵਲੀ। ਤਾਂ ਜੇ ਇਹਦੇ ਵਿੱਚੋਂ ਕੋਈ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਐਲੀਮੀਨੇਸ਼ਨ ਮੈਥਡ ਲਗਾਉਣਾ ਸਭ ਤੋਂ ਪਹਿਲਾਂ, ਫਿਰ ਤੁਸੀਂ ਸਹੀ ਆਨਸਰ ਤੇ ਪਹੁੰਚ ਜਾਓਗੇ। ਨੈਕਸਟ ਕੁਐਸਚਨ ਦੇਖਦੇ ਹਾਂ। ਦ ਚੀਫ ਰਿਸਪੌਂਸਿਬਿਲਿਟੀ ਆਫ ਦ ਪ੍ਰਿੰਸੀਪਲ ਇਜ਼, ਇਹਨੂੰ ਪੌਜ਼ ਕਰੋ ਤੇ ਕਰਨ ਦੀ ਕੋਸ਼ਿਸ਼ ਕਰੋ। ਇਹ ਸਿੰਪਲ ਐਲੀਮੀਨੇਸ਼ਨ ਨਾਲ ਹੋ ਜਾਏਗਾ। ਦੇਖੋ ਸਕੂਲ ਰਿਕਾਰਡ ਮੇਨਟੇਨ ਕਰਨੇ, ਦੇਖੋ ਇਹ ਕਲਰਕ ਵੀ ਕਰਦਾ ਹੈ ਚਾਹੇ ਸੁਪਰਵਾਈਜ਼ ਕਰਦਾ ਪ੍ਰਿੰਸੀਪਲ, ਤਾਂ D ਆਪਸ਼ਨ ਐਲੀਮੀਨੇਟ ਹੋ ਗਈ। ਡਿਸਿਪਲਿਨ ਪ੍ਰੋਬਲਮਸ, ਡਿਸਿਪਲਿਨ ਹੈ ਜਾਂ ਸਕੂਲ 'ਚ ਨਹੀਂ ਹੈ, ਤੁਹਾਨੂੰ ਲੱਗਦਾ ਵੀ ਮੇਨ ਪਰਪਸ ਹੈ ਪ੍ਰਿੰਸੀਪਲ, ਚੀਫ ਰਿਸਪੌਂਸਿਬਿਲਿਟੀ ਤਾਂ ਨਹੀਂ ਹੋ ਸਕਦੀ। ਇਹ ਸਾਈਡ ਲਾਈਨ ਜਾਂ ਐਕਸਟਰਨਲ ਰਿਸਪੌਂਸਿਬਿਲਿਟੀ ਜ਼ਰੂਰ ਹੈ, ਮੇਨ ਨਹੀਂ ਹੈ। ਪਰ organize and administer the guidance program, no, this is also not the option। ਦੇਖੋ ਬੇਸਿਕਲੀ ਲੀਡਰਸ਼ਿਪ ਹੈ ਜਿਹੜਾ ਇੱਕ ਪ੍ਰਿੰਸੀਪਲ ਨੇ ਦੇਣੀ ਹੈ, ਐਡਮਿਨਿਸਟ੍ਰੇਟਰ ਹੈ ਉਹ, ਤਾਂ ਹੀ ਇਜ਼ ਦਾ ਲੀਡਰ ਆਫ ਦੀ ਸਕੂਲ। ਹੁਣ ਆਪਾਂ ਦੇਖਦੇ ਹਾਂ ਵੀ ਕੀ ਰਿਸਪੌਂਸਿਬਿਲਿਟੀਜ਼ ਨੇ ਇੱਕ ਪ੍ਰਿੰਸੀਪਲ ਦੀਆਂ। ਦੇਖੋ ਰੋਲ ਆਫ ਪ੍ਰਿੰਸੀਪਲ ਇਨ ਸਕੂਲਸ, ਸਭ ਤੋਂ ਪਹਿਲਾਂ ਬਹੁਤ ਏਰੀਆਜ਼ ਦੇ ਵਿੱਚ ਹੁੰਦਾ ਉਹਦਾ, ਲੀਡਰਸ਼ਿਪ ਵੀ ਹੈ ਉਹਦੀ, ਟੀਚਰ ਨੂੰ ਵੈਲੂਏਟ ਵੀ ਕਰਦਾ ਹੈ ਤੇ ਸਟੂਡੈਂਟ ਡਿਸਿਪਲਿਨ ਮੇਨਟੇਨ ਕਰਦਾ ਹੈ। ਇੱਕ ਪ੍ਰਿੰਸੀਪਲ ਬਣਨਾ ਤੇ ਉਹਦੇ ਕੰਮ ਨੂੰ ਕਰਨਾ ਬਹੁਤ ਹਾਰਡ ਵਰਕਿੰਗ ਕੰਮ ਹੈ ਤੇ ਟਾਈਮ ਕੰਜ਼ਿਊਮਿੰਗ ਵੀ ਹੈ। ਇੱਕ ਗੁੱਡ ਪ੍ਰਿੰਸੀਪਲ ਉਹੀ ਹੁੰਦਾ ਜਿਹੜਾ ਬੈਲੈਂਸ ਰੱਖੇ ਹਰ ਇੱਕ ਚੀਜ਼ ਦੇ ਵਿੱਚ, ਆਪਦੇ ਰੋਲਸ ਦੇ ਵਿੱਚ, ਤੇ ਵਰਕਸ ਕਰੇ ਤਾਂ ਕਿ ਉਹਨੂੰ ਫੀਲ ਹੋਵੇ ਕਿ ਮੈਂ ਸਾਰੇ ਕੌਂਸਟੀਟਿਊਐਂਟਸ ਨੂੰ ਇਨਵੋਲਵ ਕਰਕੇ ਕਰਦਾ ਕੰਮ, ਸਾਰੇ ਟੀਚਰਸ ਨੂੰ, ਸਾਰੇ ਜਿਹੜੇ ਨਾਨ ਟੀਚਿੰਗ ਸਟਾਫ ਹੈ ਉਹਨਾਂ ਨੂੰ ਵੀ ਇਨਵੋਲਵ ਕਰਕੇ ਕਰਦਾ ਹੈ। ਟਾਈਮ ਵੀ ਇੱਕ ਮੇਜਰ ਲਿਮਿਟਿੰਗ ਫੈਕਟਰ ਹੈ ਕਿਉਂਕਿ ਟਾਈਮ ਤਾਂ ਬਹੁਤ ਲਿਮਿਟਡ ਹੁੰਦਾ ਹੈ ਤੇ ਬਹੁਤ ਕੁਝ ਅਚੀਵਮੈਂਟਸ ਕਰਨੀਆਂ ਹੁੰਦੀਆਂ। ਤਾਂ ਜਿਹੜਾ ਪ੍ਰਿੰਸੀਪਲ ਉਹ ਐਫੀਸ਼ੀਐਂਟ ਹੋਣਾ ਚਾਹੀਦਾ ਹੈ। ਪਹਿਲਾਂ ਤਾਂ ਉਹ ਚੀਜ਼ਾਂ ਨੂੰ ਪ੍ਰਾਇਰਟਾਈਜ਼ ਕਰੇ ਵੀ ਵਾਟ ਇਜ਼ ਇੰਪੋਰਟੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ, ਫਿਰ ਉਹ ਇੰਪੋਰਟੈਂਟ ਚੀਜ਼ਾਂ ਨੂੰ ਸਕੈਡਿਊਲ ਕਰੇ ਵੀ ਕਿਵੇਂ ਕਿਵੇਂ ਕਰਨੀਆਂ ਨੇ, ਤੇ ਫਿਰ ਸਾਰੇ ਸਿਸਟਮ ਨੂੰ ਔਰਗਨਾਈਜ਼ ਕਰਕੇ ਚੱਲੇ।
ਸਕੂਲ ਦਾ ਲੀਡਰ ਹੁੰਦਾ, ਦੇਖੋ ਸਭ ਤੋਂ ਸਕੂਲ ਦਾ ਜਿਹੜਾ ਮੇਨ ਲੀਡਰ ਹੈ ਦੈਟ ਇਜ਼ ਪ੍ਰਿੰਸੀਪਲ। ਪ੍ਰਾਇਮਰੀ ਲੀਡਰ ਹੈ ਸਕੂਲ ਦਾ। ਉਹਨੂੰ ਐਗਜ਼ਾਮਪਲ ਨਾਲ ਚੱਲਣਾ ਪੈਂਦਾ, ਖੁਦ ਐਗਜ਼ਾਮਪਲ ਬਣਨਾ ਪੈਂਦਾ ਤਾਂ ਕਿ ਲੋਕ ਉਸ ਤੋਂ ਸਿੱਖਣ। ਉਹ ਪੋਜ਼ਿਟਿਵ ਹੋਣਾ ਚਾਹੀਦਾ ਹੈ, ਐਂਥੂਜ਼ੀਆਸਟਿਕ ਹੋਣਾ ਚਾਹੀਦਾ ਹੈ, ਡੇ ਟੂ ਡੇ ਐਕਟੀਵਿਟੀਜ਼ ਦੇ ਵਿੱਚ ਉਹ ਪਾਰਟਿਸਿਪੇਟ ਕਰਨਾ ਚਾਹੀਦਾ ਉਸ ਨੂੰ, ਤੇ ਉਹਨੂੰ ਸੁਣਨਾ ਵੀ ਚਾਹੀਦਾ ਹੈ ਸਟੂਡੈਂਟਸ ਤੋਂ, ਟੀਚਰਸ ਤੋਂ, ਨਾਨ ਟੀਚਿੰਗ ਸਟਾਫ ਤੋਂ। ਤੇ ਇਫੈਕਟਿਵ ਲੀਡਰ ਉਹੀ ਹੈ ਜਿਹੜਾ ਸਟਾਫ ਮੈਂਬਰਸ, ਪੇਰੈਂਟਸ, ਸਟੂਡੈਂਟਸ, ਕਮਿਊਨਿਟੀ ਮੈਂਬਰਸ ਨੂੰ ਨਾਲ ਲੈ ਕੇ ਚੱਲਦਾ ਹੈ। ਉਹ ਕਾਮ ਰਹਿੰਦਾ ਹਰ ਇੱਕ ਸਿਚੁਏਸ਼ਨ ਦੇ ਵਿੱਚ, ਤੇ ਕੁਝ ਵੀ ਐਕਸ਼ਨ ਲੈਣ ਤੋਂ ਪਹਿਲਾਂ ਉਹ ਸੋਚਦਾ ਹੈ, ਤੇ ਆਪਣੀਆਂ ਨੀਡਸ ਤੋਂ ਪਹਿਲਾਂ ਉਹ ਸਕੂਲ ਦੀਆਂ ਨੀਡਸ ਨੂੰ ਰੱਖਦਾ ਹੈ। ਜਿਹੜੇ ਵੀ ਕਮੀਆਂ ਰਹਿੰਦੀਆਂ ਨੇ ਉਹਨਾਂ ਨੂੰ ਪੂਰੀਆਂ ਕਰਦਾ ਸਕੂਲ ਦੇ ਵਿੱਚ। ਪ੍ਰਿੰਸੀਪਲ ਬਾਰੇ ਹੋਰ ਗੱਲ ਕਰੀਏ, ਸਟੂਡੈਂਟ ਚੀਫ ਡਿਸਿਪਲਿਨ ਚੀਫ ਹੈ ਉਹਨੂੰ ਕਹਿ ਲਈਏ। ਟੀਚਰ ਇਵੈਲੂਏਟਰ, ਜਿਹੜੇ ਮੋਸਟ ਪ੍ਰਿੰਸੀਪਲਸ ਨੇ ਉਹ ਰਿਸਪੌਂਸਿਬਲ ਹੁੰਦੇ ਆ ਟੀਚਰਸ ਦੀ ਪਰਫਾਰਮੈਂਸ ਲਈ, ਤੇ ਉਹ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਫੋਲੋ ਕਰਦੇ ਨੇ। ਜਿਹੜਾ ਇਫੈਕਟਿਵ ਸਕੂਲ ਹੈ ਉਹਦੇ ਟੀਚਰਸ ਵੀ ਬੜੇ ਇਫੈਕਟਿਵ ਹੋਣੇ, ਤੇ ਟੀਚਰਸ ਨੂੰ ਰੈਗੂਲਰਲੀ ਇਵੈਲੂਏਟ ਕੀਤਾ ਜਾਂਦਾ ਹੈ ਤਾਂ ਕਿ ਟੀਚਰਸ ਸਹੀ ਕੰਮ ਕਰਨ। ਤੇ ਜਿਹੜੀ ਇਵੈਲੂਏਸ਼ਨ ਹੈ ਇਹ ਵੀ ਫਰਜ਼ੀ ਨਹੀਂ ਹੋਣੀ ਚਾਹੀਦੀ, ਇਹਦਾ ਕੋਈ ਬੇਸਿਸ ਹੋਣਾ ਚਾਹੀਦਾ। ਇਟ ਸ਼ੁੱਡ ਬੀ ਸਾਇੰਟੀਫਿਕ ਐਂਡ ਲੌਜੀਕਲ, ਡਾਕੂਮੈਂਟੇਸ਼ਨ ਦੇ ਬੇਸ ਉੱਤੇ, ਸਟਰੈਂਥਸ ਦੇ ਬੇਸ ਉੱਤੇ, ਵੀਕਨੈਸ ਦੇ ਬੇਸ ਦੇ ਉੱਤੇ ਹੋਣੀ ਚਾਹੀਦੀ ਹੈ। ਤੇ ਫਿਰ ਜਿਹੜਾ ਇੱਕ ਪ੍ਰਿੰਸੀਪਲ ਹੈ ਉਹ ਡਿਵੈਲਪਰ ਵੀ ਹੈ, ਇੰਪਲੀਮੈਂਟਰ ਵੀ ਹੈ, ਇਵੈਲੂਏਟਰ ਵੀ ਹੈ ਸਕੂਲ ਪ੍ਰੋਗਰਾਮਸ ਦਾ। ਪ੍ਰਿੰਸੀਪਲ ਹਮੇਸ਼ਾ ਇਦਾਂ ਦੀ ਤਰੀਕੇ ਨੂੰ ਲੱਭਣੇ ਚਾਹੀਦੇ ਨੇ ਤਾਂ ਕਿ ਸਟੂਡੈਂਟ ਦਾ ਜਿਹੜਾ ਐਕਸਪੀਰੀਅੰਸ ਹੈ ਸਕੂਲ ਦੇ ਵਿੱਚ ਵਧੀਆ ਹੋਵੇ। ਇਫੈਕਟਿਵ ਪ੍ਰੋਗਰਾਮਸ ਬਣਾਏ ਜਾਣੇ ਚਾਹੀਦੇ ਨੇ ਜਿਹਦੇ ਵਿੱਚ ਵਾਈਡ ਵੈਰਾਈਟੀ ਆਫ ਏਰੀਆਜ਼ ਕਵਰ ਹੋਣੇ ਚਾਹੀਦੇ ਆ ਤਾਂ ਕਿ ਸਟੂਡੈਂਟਸ ਦੀ ਅੰਡਰਸਟੈਂਡਿੰਗ ਬੜੀ ਸਟਰੋਂਗ ਹੋਵੇ। ਇਸ ਲਈ ਬਹੁਤ ਅੱਛੀ ਗੱਲ ਹੈ ਕਿ ਦੂਜੇ ਸਕੂਲ ਕੰਨੀ ਵੀ ਦੇਖਣਾ ਚਾਹੀਦਾ ਕਿ ਦੂਜੇ ਸਕੂਲ ਕਿਵੇਂ ਪਰਫਾਰਮ ਕਰ ਰਹੇ ਨੇ, ਤੇ ਜੇ ਦੂਜੇ ਸਕੂਲਾਂ ਵਿੱਚ ਅੱਛੇ ਪ੍ਰੋਗਰਾਮ ਨੇ ਤਾਂ ਉਹ ਪ੍ਰੋਗਰਾਮਸ ਆਪਣੇ ਸਕੂਲ ਵਿੱਚ ਵੀ ਲੈ ਕੇ ਆਉਣੇ ਚਾਹੀਦੇ ਨੇ। ਇੱਕ ਪ੍ਰਿੰਸੀਪਲ ਇੱਕ ਰਿਵਿਊਰ ਆਫ ਪਾਲਿਸੀਜ਼ ਐਂਡ ਪ੍ਰੋਸੀਜਰਸ ਵੀ ਹੁੰਦਾ ਹੈ। ਜਿਹੜਾ ਇੰਡੀਵਿਜੂਅਲਸ ਦਾ ਜੇ ਕੋਈ ਸਕੂਲ ਹੁੰਦਾ ਹੈ ਤਾਂ ਸਟੂਡੈਂਟ ਹੈਂਡਬੁੱਕ ਹੁੰਦੀ ਹੈ ਇੱਕ, ਤੇ ਪ੍ਰਿੰਸੀਪਲ ਦੀ ਹੈਂਡਬੁੱਕ ਤੇ ਸਟੈਂਪ ਲੱਗੀ ਹੋਣੀ ਚਾਹੀਦੀ ਹੈ। ਮਤਲਬ ਪ੍ਰਿੰਸੀਪਲ ਸ਼ੁੱਡ ਡਿਸਾਈਡ ਵੀ ਸਕੂਲ ਸਾਡਾ ਕਿਸ ਤਰੀਕੇ ਨਾਲ ਚੱਲਦਾ ਹੈ, ਕੀ ਪਾਲਿਸੀਜ਼ ਫੋਲੋ ਕਰਨੀਆਂ ਨੇ ਸਕੂਲ ਨੂੰ ਚੱਲਣ ਲਈ, ਤੇ ਸਟੂਡੈਂਟਸ ਨੇ ਕੀ ਪ੍ਰੋਸੀਜਰਸ ਫੋਲੋ ਕਰਨੇ ਆ। ਪ੍ਰਿੰਸੀਪਲ ਰੈਗੂਲਰਲੀ ਰਿਵਿਊ ਕਰੇ, ਰਿਮੂਵ ਕਰੇ ਜੇ ਪ੍ਰੋਬਲਮਸ ਦੇ, ਰੂਲਸ ਨੂੰ ਰੀਰਾਈਟ ਕਰੇ ਜੇ ਲੋੜ ਹੈ, ਤੇ ਨਵੀਆਂ ਪਾਲਿਸੀਜ਼ ਬਣਾਵੇ। ਐਵਰੀ ਈਅਰ ਥਿੰਗਸ ਸ਼ੁੱਡ ਚੇਂਜ ਫॉर द ਗੁੱਡ। ਹੁਣ ਉਹ ਸ਼ਡਿਊਲ ਸੈਟਰ ਵੀ ਹੈ, ਹਰ ਇੱਕ ਐਕਟੀਵਿਟੀ ਦਾ ਸ਼ਡਿਊਲ ਬਣਨਾ ਚਾਹੀਦਾ ਹੈ। ਦੇਖੋ ਸਾਲ ਦੇ ਪਹਿਲਾਂ ਜੋ ਸ਼ੁਰੂਆਤ ਹੁੰਦੀ ਹੈ, ਮਾਰਚ ਖਤਮ ਹੁੰਦਾ, ਐਗਜ਼ਾਮ ਹੁੰਦੇ ਨੇ, ਅਪ੍ਰੈਲ ਤੋਂ ਸ਼ੁਰੂ ਹੁੰਦਾ ਜੋ ਤੁਹਾਡਾ ਨਿਊ ਈਅਰ ਹੈ, ਤਾਂ ਬੜਾ ਡਿਫਿਕਲਟ ਟਾਸਕ ਹੁੰਦਾ ਸ਼ਡਿਊਲ ਪਲਾਨ ਕਰਨਾ। ਤਾਂ ਇਸ ਲਈ ਐਵਰੀਥਿੰਗ ਜਿਹੜੀ ਹੈ ਸਹੀ ਹੋਵੇ ਤਾਂ ਥੋੜ੍ਹਾ ਟਾਈਮ ਲੱਗਦਾ ਚੀਜ਼ਾਂ ਨੂੰ ਫਾਲ ਕਰਨ ਦੇ ਸਹੀ ਪਲੇਸ ਦੇ ਵਿੱਚ। ਤਾਂ ਇਸ ਕਰਕੇ ਡਿਫਰੈਂਟ ਸ਼ਡਿਊਲ ਹੋ ਸਕਦੇ ਨੇ ਜਿਹੜਾ ਇੱਕ ਪ੍ਰਿੰਸੀਪਲ ਹੈ ਉਹਨੂੰ ਬਣਾਉਣ ਲਈ, ਜਿਵੇਂ ਬੈਲ ਕਦੋਂ ਵੱਜਣੀ ਹੈ, ਟੀਚਰਸ ਦੀ ਡਿਊਟੀ ਕਦੋਂ ਹੈ, ਕੰਪਿਊਟਰ ਲੈਬ ਦੇ ਕੀ ਟਾਈਮਿੰਗਸ ਨੇ, ਲਾਇਬ੍ਰੇਰੀ ਦਾ ਕੀ ਸਕੈਡਿਊਲ ਹੈ। ਤਾਂ ਇਹ ਸਾਰੀਆਂ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਜਿਹੜੀਆਂ ਕਿ ਜਿਹੜਾ ਪ੍ਰਿੰਸੀਪਲ ਹੈ ਉਹਨੇ ਡਿਸਾਈਡ ਕਰਨੀਆਂ ਨੇ। ਪਬਲਿਕ ਰਿਲੇਸ਼ਨਸ ਪੁਆਇੰਟ ਪਰਸਨ, ਦੇਖੋ ਪਬਲਿਕ ਰਿਲੇਸ਼ਨਸ ਕੀ ਹੁੰਦੀ ਹੈ, ਪਬਲਿਕ ਨਾਲ ਰਿਲੇਸ਼ਨਸ ਕਿਵੇਂ ਨੇ ਉਹਦੇ, ਠੀਕ ਹੈ। ਤਾਂ ਗੁੱਡ ਰਿਲੇਸ਼ਨਸ ਹੋਣੇ ਚਾਹੀਦੇ ਆ ਪੇਰੈਂਟਸ ਨਾਲ ਵੀ ਤੇ ਕਮਿਊਨਿਟੀ ਮੈਂਬਰਸ ਨਾਲ। ਜਿਵੇਂ ਪਿੰਡ ਦਾ ਸਰਪੰਚ ਹੈ ਜਾਂ ਪਿੰਡ ਦੇ ਲੋਕ ਹੈ, ਉਹਨਾਂ ਨਾਲ ਜਿਹੜਾ ਪ੍ਰਿੰਸੀਪਲ ਹੈ ਉਹਦੇ ਬਹੁਤ ਅੱਛੇ ਲਿੰਕ ਹੋਣੇ ਚਾਹੀਦੇ ਨੇ। ਤਾਂ ਇੱਕ ਟਰਸਟਿੰਗ ਰਿਲੇਸ਼ਨਸ਼ਿਪ ਹੋਣੀ ਚਾਹੀਦੀ ਹੈ ਤਾਂ ਕਿ ਪਿੰਡ ਦੇ ਲੋਕ ਤੇ ਪੇਰੈਂਟਸ ਉਹ ਟਰਸਟ ਕਰਨ ਸਕੂਲ ਦੇ ਉੱਤੇ। ਤੇ ਜੇ ਕਿਸੇ ਬੱਚੇ ਦਾ ਡਿਸਿਪਲਿਨ ਇਸ਼ੂ ਹੈ ਤਾਂ ਬੜਾ ਈਜ਼ੀ ਹੋ ਜਾਏਗਾ ਜੇ ਰਿਲੇਸ਼ਨਸ ਬਹੁਤ ਅੱਛੇ ਨੇ ਪਿੰਡ ਦੇ ਲੋਕਾਂ ਨਾਲ ਤੇ ਪ੍ਰਿੰਸੀਪਲਸ ਨਾਲ। ਡੈਲੀਗੇਟਰ, ਦੇਖੋ ਬੜਾ ਬਿਊਟੀਫੁਲ ਵਰਡ ਹੈ। ਆਪਾਂ ਪੋਲਿਟੀ ਦੇ ਵਿੱਚ ਪੜ੍ਹਦੇ ਹਾਂ ਕਿ ਪਾਵਰਸ ਨੂੰ ਡੈਲੀਗੇਟ ਕਰਨਾ। ਮਤਲਬ ਜੇ ਡਿਸੀਜਨ ਮੇਕਿੰਗ ਤੁਹਾਡੇ ਕੋਲ ਹੈ, ਤੁਸੀਂ ਚਾਹੁੰਦੇ ਯਾਰ ਮੈਂ ਸਾਰੇ ਡਿਸੀਜਨ ਨਹੀਂ ਲੈ ਸਕਦਾ, ਤੇ ਜਿਹੜੇ ਨੀਚੇ ਵਾਲੇ ਬੰਦੇ ਨੇ ਉਹ ਵੀ ਬਹੁਤ ਵਧੀਆ ਨੇ, ਤੇ ਲੈਟ ਅਸ ਡੈਲੀਗੇਟ ਦੀ ਪਾਵਰਸ ਟੂ ਦੈਮ, ਠੀਕ ਹੈ। ਤਾਂ ਕੀ ਹੁੰਦਾ, ਬਹੁਤ ਲੀਡਰ ਹੁੰਦੇ ਆ ਜਿਹੜੇ ਕਿ ਸਾਰਾ ਕੁਝ ਆਪਦੇ ਕੰਟਰੋਲ 'ਚ ਹੀ ਰੱਖਣਾ ਚਾਹੁੰਦੇ ਆ, ਸਾਰੇ ਹਰ ਇੱਕ ਚੀਜ਼ ਉੱਤੇ ਚਾਹੁੰਦੇ ਵੀ ਮੇਰੀ ਸਟੈਂਪ ਲੱਗੇ। ਬਟ ਜਿਹੜਾ ਇੱਕ ਸਕੂਲ ਪ੍ਰਿੰਸੀਪਲ ਹੈ ਉਹ ਬੜਾ ਇੱਕ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਕਿਉਂਕਿ ਉਹਨੂੰ ਆਪਣੀ ਪਾਵਰਸ ਡੈਲੀਗੇਟ ਕਰ ਦੇਣੀਆਂ ਚਾਹੀਦੀਆਂ ਨੀਚੇ ਵਾਲਿਆਂ ਨੂੰ, ਚਾਹੇ ਉਹ ਸਕੂਲ ਦਾ ਹੈੱਡ ਮਾਸਟਰ ਹੈ ਜਾਂ BEO ਹੈ ਜਾਂ ਕਿਸੇ ਟੀਚਰ ਨੂੰ। ਇਫੈਕਟਿਵ ਜਿਹੜਾ ਸਕੂਲ ਪ੍ਰਿੰਸੀਪਲ ਹੈ ਉਹਦੇ ਕੋਲ ਬਹੁਤ ਜ਼ਿਆਦਾ ਟਾਈਮ ਨਹੀਂ ਹੁੰਦਾ ਹਰ ਇੱਕ ਚੀਜ਼ 'ਤੇ ਡਿਵੋਟ ਕਰਨ ਲਈ, ਤਾਂ ਇਸ ਕਰਕੇ ਉਹਨਾਂ ਨੂੰ ਦੂਸਰੇ ਲੋਕਾਂ 'ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਤਾਂ ਕਿ ਉਹ ਉਹਨਾਂ ਨੂੰ ਅਸਿਸਟ ਕਰਨ।
ਹਰ ਇੱਕ ਵੱਡੀ ਕਾਰਪੋਰੇਸ਼ਨ ਕੋਈ ਬੰਦਾ ਚਲਾ ਰਿਹਾ ਹੁੰਦਾ ਹੈ, ਬਟ ਸਾਰਾ ਕੁਝ ਡੈਲੀਗੇਟ ਕੀਤਾ ਜਾਂਦਾ ਹੁੰਦਾ ਹੈ। ਹੁਣ ਮੁਕੇਸ਼ ਅੰਬਾਨੀ ਹੈ, ਅਰਬਾਂ ਖਰਬਾਂ ਦਾ ਬਿਜ਼ਨਸ ਹੈ ਉਹਦਾ, ਉਹ ਆਪ ਥੋੜੀ ਕਰ ਸਕਦਾ ਹਰ ਇੱਕ ਚੀਜ਼, ਪਾਵਰਸ ਡੈਲੀਗੇਟ ਕੀਤੀਆਂ ਹੋਈਆਂ ਨੇ, ਹਰ ਇੱਕ ਬੰਦਾ ਆਪਣਾ ਰੋਲ ਅਦਾ ਕਰ ਰਿਹਾ ਹੈ। ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਦ ਸਕੂਲ ਹੈਡਮਾਸਟਰਸ ਆਰ ਐਕਸਪੈਕਟਡ ਟੂ, ਕੀ ਕਰਨ ਸਕੂਲ ਹੈਡਮਾਸਟਰ? ਲੌਜੀਕਲੀ ਸੋਚੋ, ਐਲੀਮੀਨੇਸ਼ਨ ਮੈਥੋਡੋਲੋਜੀ ਯੂਜ਼ ਕਰੋ। ਹੋਰ ਡੇਲੀ ਮੀਟਿੰਗਸ ਜ਼ਰੂਰੀ ਹੈ ਰੋਜ਼ ਕਰਨੀਆਂ? ਨਹੀਂ, ਕੋਈ ਜ਼ਿਆਦਾ ਇੰਪੋਰਟੈਂਟ ਨਹੀਂ। ਪ੍ਰਿਪੇਅਰ ਦਾ ਬਜਟ ਵੀ ਕੋਈ ਇੰਪੋਰਟੈਂਟ ਨਹੀਂ, ਬਜਟ ਤੋਂ ਹੋਰ ਬੰਦੇ ਵੀ ਕਰ ਲੈਂਦੇ ਨੇ। ਇਹਦਾ ਆਪਸ਼ਨ ਹੈ ਪੁੱਟ ਇਨਟੂ ਆਪਰੇਸ਼ਨ ਦੀ ਕੋਰਸ ਆਫ ਸਟੱਡੀ। ਮੇਨ ਚੀਜ਼ ਇਹੀ ਹੁੰਦੀ ਹੈ, ਹੈਡ ਮਾਸਟਰ ਹੈ, ਮਾਸਟਰਾਂ ਦਾ ਹੈਡ ਹੈ ਉਹ, ਠੀਕ ਹੈ, ਤਾਂ ਕਿ ਜਿਹੜੀ ਕੋਰਸ ਹੈ ਐਜੂਕੇਸ਼ਨ ਦਾ ਪ੍ਰੋਪਰ ਟਾਈਮ ਤੇ ਸਿਲੇਬਸ ਹੋਵੇ, ਐਗਜ਼ਾਮਸ ਹੋਣ, ਦੈਟ ਇਜ਼ ਦਾ ਮੇਨ ਡਿਊਟੀ ਆਫ ਦੀ ਹੈਡ ਮਾਸਟਰ। ਨੈਕਸਟ ਕੁਐਸਚਨ ਦੇਖਦੇ ਹਾਂ। ਦੀ ਫੰਕਸ਼ਨ ਆਫ ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਐਂਡ ਮੈਨੇਜਮੈਂਟ, ਕੀ ਫੰਕਸ਼ਨ ਹੈ? ਇਹ ਜਿਹੜਾ ਤੁਹਾਡਾ ਟੌਪਿਕ ਹੈ ਐਜੂਕੇਸ਼ਨਲ ਐਡਮਿਨਿਸਟ੍ਰੇਸ਼ਨ ਐਂਡ ਮੈਨੇਜਮੈਂਟ, ਇਹਦਾ ਮੇਨ ਫੰਕਸ਼ਨ ਹੀ ਕੀ ਹੈ? ਦੇਖੋ, ਇੱਕ ਹੁੰਦੇ ਨਾਨ ਇੰਸਟਰਕਸ਼ਨਲ ਟਾਸਕਸ, ਇੱਕ ਹੁੰਦੇ ਇੰਸਟਰਕਸ਼ਨਲ ਟਾਸਕ। ਇਹ ਦੋਨੇ ਪਰਪਸ ਹੈ ਉਹਦਾ। ਹੁਣ ਆਪਾਂ ਦੇਖਦੇ ਹਾਂ ਇਹ ਕੀ ਟਾਸਕਸ ਨੇ। ਇੰਸਟਰਕਸ਼ਨਲ ਟਾਸਕ ਕੀ ਹੁੰਦਾ? ਇਹ ਉਹ ਐਕਟੀਵਿਟੀ ਹੈ, ਦੇਖੋ ਟਾਸਕ ਹੈ, ਟਾਸਕ ਤਾਂ ਕੋਈ ਐਕਟੀਵਿਟੀ ਹੁੰਦੀ ਹੈ ਤੇ ਇੰਸਟਰਕਸ਼ਨਸ ਮਿਲੀਆਂ ਹੋਈਆਂ ਨੇ, ਸਮਝ ਲਓ, ਜਿਸ ਦੇ ਵਿੱਚ ਇੰਸਟਰਕਸ਼ਨਸ ਦੇ ਅਕੋਰਡਿੰਗ ਹੀ ਕਰਨਾ ਹੈ। engaged in by teachers and students during classroom instruction, ਜਿਹੜਾ ਵੀ ਚੀਜ਼ਾਂ ਕਲਾਸਰੂਮ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਜਦੋਂ ਆਪਣੇ ਪੀਰੀਅਡ ਚੱਲ ਰਹੇ ਹੁੰਦੇ ਨੇ ਕਲਾਸਿਸ ਦੇ ਵਿੱਚ, ਤਾਂ ਉਹ ਚੀਜ਼ਾਂ, ਉਹ ਸਾਰੀਆਂ ਐਕਟੀਵਿਟੀਜ਼ ਨੂੰ ਇੰਸਟਰਕਸ਼ਨਲ ਟਾਸਕ ਕਹਿ ਦਿੰਦੇ ਆ। ਬੇਸਿਕਲੀ ਜਿਹਦਾ ਫੋਕਸ ਹੁੰਦਾ ਹੈ ਪਰਟੀਕੂਲਰ ਸਕਿੱਲ, ਕਨਸੈਪਟ ਜਾਂ ਆਈਡੀਆ ਨੂੰ ਡਿਵੈਲਪ ਕਰਨਾ। ਜੀ ਫਿਜ਼ਿਕਸ ਦੀ ਕਲਾਸ ਚੱਲ ਰਹੀ ਹੈ, ਕੈਮਿਸਟਰੀ ਦੀ ਕਲਾਸ ਚੱਲ ਰਹੀ ਹੈ, ਮਤਲਬ ਐਵਰੀਥਿੰਗ ਇਜ਼ ਰਿਲੇਟਡ ਟੂ ਯੋਰ ਸਿਲੇਬਸ, ਯੋਰ ਡਿਵੈਲਪਮੈਂਟ, ਜਿਹੜੀ ਇੰਸਟਰਕਸ਼ਨਲ ਟਾਸਕ ਹੈ। ਇੱਕ ਹੁੰਦਾ ਨਾਨ ਇੰਸਟਰਕਸ਼ਨਲ ਟਾਸਕ, ਮਤਲਬ ਕੋਈ ਤੁਹਾਨੂੰ ਪ੍ਰੋਪਰ ਇੰਸਟਰਕਸ਼ਨ ਨਹੀਂ ਮਿਲੀ ਹੋਈ ਵੀ ਇਹ ਕਿਵੇਂ ਕਰਨੀ ਹੈ, ਤਾਂ ਉਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਟੀਚਿੰਗ ਨਾਲ ਰਿਲੇਟਡ ਨਹੀਂ ਨੇ, ਠੀਕ ਹੈ, ਜਾਂ ਲਰਨਿੰਗ ਨਾਲ ਵੀ ਇੰਨਾ ਜ਼ਿਆਦਾ ਉਹਨਾਂ ਦਾ ਰਿਲੇਸ਼ਨ ਨਹੀਂ ਹੈਗਾ, ਜਿਵੇਂ ਅਟੈਂਡੈਂਸ ਲੈਣੀ, ਲੰਚ ਤੇ ਜਾਣਾ, ਔਰ ਫੀਲਡ ਟ੍ਰਿਪ ਔਰਗੇਨਾਈਜ਼ ਕਰਨੇ, ਸਲਿਪਸ ਜਾਂ ਮਨੀ, ਇਹ ਸਾਰੀਆਂ ਅਦਰ ਥਿੰਗਸ ਜਿਹੜੀਆਂ ਲਿਖੀਆਂ ਨਹੀਂ ਗਈਆਂ ਕਿਤੇ, ਕੋਈ ਇੰਸਟਰਕਸ਼ਨਸ ਨਹੀਂ ਹੈ, ਉਹਨਾਂ ਨੂੰ ਕਹਿ ਦਿੰਦੇ ਆ ਨਾਨ ਇੰਸਟਰਕਸ਼ਨਲ ਟਾਸਕਸ। ਤਾਂ ਦੋਨੇ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ। ਵਿਚ ਇਜ਼ ਨਾਟ ਟਾਈਪ ਆਫ ਐਡਮਿਨਿਸਟ੍ਰੇਸ਼ਨ। ਦੇਖੋ ਐਡਮਿਨਿਸਟ੍ਰੇਸ਼ਨ ਬਹੁਤ ਤਰ੍ਹਾਂ ਦੀ ਹੁੰਦੀ ਹੈ, ਅਥੋਰੀਟੇਰੀਅਨ ਐਡਮਿਨਿਸਟ੍ਰੇਸ਼ਨ, ਡੈਮੋਕ੍ਰੇਟਿਕ ਐਡਮਿਨਿਸਟ੍ਰੇਸ਼ਨ, ਲੈਸਸ ਫੇਅਰ ਐਡਮਿਨਿਸਟ੍ਰੇਸ਼ਨ, ਇਹ ਫ੍ਰੈਂਚ ਵਰਡ ਹੈ। ਇੰਸਟਰਕਸ਼ਨਲ ਐਡਮਿਨਿਸਟ੍ਰੇਸ਼ਨ, ਦੇਖੋ ਅਥੋਰੀਟੇਰੀਅਨ, ਦੇਖੋ ਇਹਦਾ ਆਂਸਰ ਹੈ ਇੰਸਟਰਕਸ਼ਨਲ ਐਡਮਿਨਿਸਟ੍ਰੇਸ਼ਨ ਹੈ ਜਿਹੜੀ, ਉਹ ਕਿਸੇ ਵੀ ਤਰ੍ਹਾਂ ਦੀ ਐਡਮਿਨਿਸਟ੍ਰੇਸ਼ਨ ਨਹੀਂ ਹੈ। ਦਿਸ ਇਜ਼ ਦਾ ਰਾਈਟ ਆਂਸਰ। ਬਾਕੀ ਤਿੰਨੇ ਤਰ੍ਹਾਂ ਦੀ ਐਡਮਿਨਿਸਟ੍ਰੇਸ਼ਨ ਹੁੰਦੀ ਹੈ। ਇਹਨਾਂ ਤਿੰਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਡੈਮੋਕ੍ਰੇਟਿਕ। ਦੇਖੋ ਇੰਡੀਆ ਇਜ਼ ਅ ਡੈਮੋਕ੍ਰੇਟਿਕ ਕੰਟਰੀ, ਫॉर द ਪੀਪਲ ਬਾय द ਪੀਪਲ। ਮਤਲਬ ਕੀ ਹੈ? ਇੱਕ ਡੈਮੋਕ੍ਰੇਟਿਕ ਜਿਹੜਾ ਐਜੂਕੇਸ਼ਨਲ ਐਡਮਿਨਿਸਟ੍ਰੇਟਰ ਹੁੰਦਾ, ਜਿਹੜੇ ਫੈਸਲੇ ਲੈਂਦਾ ਹੈ, ਉਹ ਲੋਕਾਂ ਨੂੰ ਇਨਵੋਲਵ ਕਰਦਾ ਵਿੱਚ, ਲੋਕਾਂ ਦੇ ਵਿਚਾਰ ਲੈਂਦਾ ਹੈ, ਉਹਨਾਂ ਦੀ ਫੀਲਿੰਗਸ ਲੈਂਦਾ ਹੈ, ਉਹ ਸਮਝਦਾ ਵੀ ਦੀਜ਼ ਆਰ ਪਾਰਟ ਆਫ ਸਕੂਲ, ਤੇ ਰਿਸਪੌਂਸਿਬਿਲਿਟੀ, ਕਿਉਂਕਿ ਰਿਸਪੌਂਸਿਬਿਲਿਟੀ ਬਣਦੀ ਹੈ ਪੇਰੈਂਟਸ ਦੀ, ਟੀਚਰਸ ਦੀ, ਸਟੂਡੈਂਟਸ ਦੀ, ਸਾਰਿਆਂ ਨੂੰ ਇਕੁਅਲ ਓਪਰਚੁਨਿਟੀ ਦਿੰਦਾ ਹੈ। ਮਤਲਬ ਰਲ ਮਿਲ ਕੇ ਜਿਹੜੇ ਵਿਊਜ਼ ਆਉਂਦੇ ਨੇ ਉਹਦੇ ਬੇਸ ਤੇ ਡਿਸੀਜ਼ਨ ਲੈਂਦਾ ਹੈ ਤੇ ਐਡਮਿਨਿਸਟ੍ਰੇਸ਼ਨ ਕਰਦਾ ਹੈ, ਉਹ ਹੁੰਦਾ ਡੈਮੋਕ੍ਰੇਟਿਕ ਐਡਮਿਨਿਸਟ੍ਰੇਟਰ। ਇੱਕ ਹੁੰਦਾ ਅਥੋਰੀਟੇਰੀਅਨ, ਜਿਹਨੂੰ ਕਹਿੰਦੀ ਹੈ ਤਾਨਾਸ਼ਾਹ, ਜਿਹੜਾ ਕਹਿੰਦਾ ਯਾਰ ਜਿਵੇਂ ਮੈਂ ਕਹੂੰ ਬਸ ਉਵੇਂ ਹੋਊਗਾ, ਕਿਸੇ ਨੂੰ ਨਹੀਂ ਸੁਣਨਾ ਉਹਨੇ। ਇੱਦਾਂ ਦੇ ਆਪਾਂ ਦੇਖੇ ਹੈ ਸਕੂਲਾਂ ਦੇ ਵਿੱਚ ਹੁੰਦੇ ਆ, ਪ੍ਰਿੰਸੀਪਲ ਹੁੰਦੇ ਆ, ਪ੍ਰਾਈਵੇਟ ਦੇ ਵਿੱਚ ਵੀ ਹੁੰਦੇ ਆ, ਸਰਕਾਰੀ ਦੇ ਵਿੱਚ ਵੀ ਹੁੰਦੇ ਆ। ਉਹਨੂੰ ਕਹਿੰਦੇ ਆਟੋਕ੍ਰੈਟਿਕ ਲੀਡਰਸ਼ਿਪ, ਤਾਨਾਸ਼ਾਹ। ਇਹਨਾਂ ਦਾ ਮੈਨੇਜਮੈਂਟ ਸਟਾਈਲ ਇੱਦਾਂ ਦਾ ਹੁੰਦਾ ਹੈ, ਇਸ ਤਰ੍ਹਾਂ ਦੇ ਬੰਦੇ ਸਾਰਾ ਕੁਝ ਡਿਸੀਜ਼ਨ ਮੇਕਿੰਗ ਸੈਲਫ ਕਰਦੇ ਨੇ, ਖੁਦ ਹੀ ਕਰਦੇ ਨੇ। ਉਹਨੂੰ ਲੱਗਦਾ ਹਰ ਇੱਕ ਜਗ੍ਹਾ ਤੇ ਮੇਰੀ ਹੀ ਸਟੈਂਪ ਹੋਵੇ, ਤੇ ਨੀਚੇ ਵਾਲੇ ਹੁੰਦੇ ਆ ਜਿਹੜੇ ਹੈਡਮਾਸਟਰ, ਟੀਚਰਸ ਵੀ, ਉਹ ਹਰ ਇੱਕ ਤੇ ਉਹ ਖੁਦ ਹੀ ਕੰਟਰੋਲ ਕਰਦੇ ਨੇ। ਮਤਲਬ ਜਿਹੜੇ ਲੀਡਰਸ ਨੇ ਕੋਈ ਪਾਰਟਿਸਿਪੇਸ਼ਨ ਨਹੀਂ ਲੈਂਦੇ ਲੋਕਾਂ ਦੀ, ਨਾ ਕਿਸੇ ਦੇ ਵਿਊ ਸੁਣਦੇ ਨੇ, ਬਸ ਜਿਹੜਾ ਉਹਨਾਂ ਨੂੰ ਠੀਕ ਲੱਗਦਾ ਉਹ ਕਰਦੇ ਨੇ, ਤਾਂ ਅਥੋਰੀਟੇਰੀਅਨ ਹੋ ਗਏ। ਇਸ ਤਰ੍ਹਾਂ ਦੇ ਲੋਕ ਹੀ ਤਾਨਾਸ਼ਾਹ ਹੁੰਦੇ ਨੇ। ਤਾਂ ਇਸ ਤਰ੍ਹਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਆਪਾਂ ਅਥੋਰੀਟੇਰੀਅਨ ਐਡਮਿਨਿਸਟ੍ਰੇਸ਼ਨ ਕਹਿੰਦੇ ਹਾਂ। ਨੈਕਸਟ ਹੁੰਦੀ ਹੈ ਲੈਸਸ ਫੇਅਰ ਐਡਮਿਨਿਸਟ੍ਰੇਸ਼ਨ। ਦੇਖੋ ਫ੍ਰੈਂਚ ਵਰਡ ਹੈ ਇਹ, ਵਰਡ 1700 ਸੈਂਚਰੀ 'ਚ ਬੜਾ ਪਪੂਲਰ ਹੋਇਆ ਸੀ। ਲੈਸਸ ਫੇਅਰ ਹੈ ਨਾਨ ਇੰਟਰਫੇਰੈਂਸ ਕਹਿ ਲਈਏ, ਠੀਕ ਹੈ, ਮਤਲਬ ਬੜੇ ਹੀ ਮਤਲਬ ਓਪਨ ਐਂਡਡ ਜਾਂ ਕੰਮ ਚੱਲਦਾ ਹੈ, ਕਿਸੇ ਨੂੰ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ, ਕੋਈ ਮਤਲਬ ਪ੍ਰੋਬਲਮ ਨਹੀਂ ਕ੍ਰੀਏਟ ਕੀਤੀ ਜਾਂਦੀ, ਨਾ ਕੋਈ ਅਬਸਟਰਕਸ਼ਨ ਕੀਤੀ ਜਾਂਦੀ ਹੈ। ਇਹ ਟੋਟਲੀ ਓਪੋਜ਼ਿਟ ਹੈ ਆਟੋਕ੍ਰੈਟਿਕ ਦਾ। ਆਟੋਕ੍ਰੈਟਿਕ ਸੀ ਤਾਨਾਸ਼ਾਹ, ਤਾਨਾਸ਼ਾਹ ਦਾ ਓਪੋਜ਼ਿਟ ਸਮਝ ਲਓ ਵੀ ਸਭ ਕੁਝ ਚੱਲੀ ਜਾਂਦਾ ਹੈ, ਅਲਾਉਡ ਹੈ, ਫਰੀਡਮ ਹੈ ਬਹੁਤ ਜ਼ਿਆਦਾ। ਇੱਥੇ ਸਿੰਗਲ ਜਿਹੜਾ ਲੀਡਰ ਹੈ ਉਹ ਨਹੀਂ ਡਿਸੀਜ਼ਨ ਲੈਂਦਾ ਆਰਗੇਨਾਈਜੇਸ਼ਨ ਦੇ ਜਾਂ ਗਰੁੱਪ ਦੇ, ਤਾਂ ਜਿਹੜੇ ਲੀਡਰਸ ਹੁੰਦੇ ਆ ਲੈਸਸ ਫੇਅਰ, ਉਹ ਬਹੁਤ ਘੱਟ ਡਿਸੀਜ਼ਨ ਲੈਂਦੇ ਨੇ, ਤੇ ਜਿਹੜਾ ਨੀਚੇ ਵਾਲੇ ਉਹਨਾਂ ਨੂੰ ਕਹਿੰਦੇ ਯਾਰ ਤੁਸੀਂ ਆਪਣੇ ਡਿਸੀਜ਼ਨ ਲਓ, ਜਿਹੜਾ ਤੁਹਾਨੂੰ ਠੀਕ ਲੱਗਦਾ ਕਰੋ, ਮੈਂ ਤੁਹਾਡੇ ਨਾਲ ਹਾਂ। ਇਸ ਤਰ੍ਹਾਂ ਦੀ ਜੋ ਐਡਮਿਨਿਸਟ੍ਰੇਸ਼ਨ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ
ਲੈਸਸ ਫੇਅਰ ਐਡਮਿਨਿਸਟ੍ਰੇਸ਼ਨ। ਅਥੋਰੀਟੇਟਿਵ ਐਡਮਿਨਿਸਟ੍ਰੇਸ਼ਨ ਕੀ ਹੁੰਦੀ ਹੈ, ਆਪਾਂ ਹੁਣੀ ਗੱਲ ਕਰਕੇ ਆਏ ਹਾਂ। ਦੇਖੋ ਆਪਸ਼ਨਸ ਜੋ ਕਰੋ ਬੜੀ ਜਲਦੀ, ਠੀਕ ਹੈ। ਮਿਊਚੁਅਲ ਸ਼ੇਅਰਿੰਗ ਨਹੀਂ, ਮਿਊਚੁਅਲ ਸ਼ੇਅਰਿੰਗ ਤਾਂ ਕਰਦੇ ਨਹੀਂ। ਅਥੋਰੀਟੇਰੀਅਨ ਬੰਦਾ ਡੈਸਪੋਟਿਕ ਹੁੰਦਾ ਹੈ, ਤਾਨਾਸ਼ਾਹ ਹੁੰਦਾ, ਨॉन ਇੰਟਰਫੇਰੈਂਸ ਨੋ। ਇਹ ਹੁੰਦਾ ਡਿਕਟੇਟਰਸ਼ਿਪ, ਤਾਨਾਸ਼ਾਹੀ। ਬੌਸ ਇਜ਼ ਰਾਈਟ, ਵੀ ਮੇਰਾ ਬੌਸ ਰਾਈਟ ਹੈ ਯਾਰ। ਹਰ ਇੱਕ ਬੰਦਾ ਕੌਣ ਕਹਿੰਦਾ ਹੈ ਵੀ ਬੌਸ ਇਜ਼ ਰਾਈਟ? ਜਦੋਂ ਡੈਮੋਕ੍ਰੇਟਿਕ ਨਾ ਹੋਣ ਚੀਜ਼ਾਂ, ਜਦੋਂ ਲੈਸਸ ਫੇਅਰ ਨਾ ਹੋਵੇ, ਜਦੋਂ ਅਥੋਰੀਟੇਰੀਅਨ ਹੋਵੇ, ਤਾਂ ਹੀ ਆਪਾਂ ਕਹਿੰਦੇ ਹਾਂ। ਤਾਨਾਸ਼ਾਹੀ ਨਹੀਂ ਕਹਿੰਦੇ ਕਿ ਮੇਰਾ ਬੌਸ ਸਹੀ ਹੈ, ਬਸ ਜੀ ਜਿਵੇਂ ਉਹਨੇ ਕਹਿਤਾ ਕਰਤਾ, ਤਾਂ ਦੈਟ ਇਜ਼ ਅਥੋਰੀਟੇਰੀਅਨ ਐਡਮਿਨਿਸਟ੍ਰੇਸ਼ਨ। ਰਿਸਪੈਕਟ ਆਫ ਓਪੀਨੀਅਨ ਇਜ਼ ਦਾ ਫੀਚਰ, ਮਤਲਬ ਲੋਕਾਂ ਦੇ ਵਿਚਾਰਾਂ ਨੂੰ ਰਿਸਪੈਕਟ ਦੇਣੀ, ਉਹਨਾਂ ਦੇ ਓਪੀਨੀਅਨ ਨੂੰ ਰਿਸਪੈਕਟ ਦੇਣੀ। ਅਥੋਰੀਟੇਰੀਅਨ ਤਾਂ ਨਹੀਂ ਕਰਦਾ। ਇੰਸਟਰਕਸ਼ਨਲ ਐਡਮਿਨਿਸਟ੍ਰੇਸ਼ਨ ਕੋਈ ਚੀਜ਼ ਹੀ ਨਹੀਂ ਹੁੰਦੀ। ਡੈਮੋਕ੍ਰੇਟਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੀ ਹਰ ਇੱਕ ਲੋਕਾਂ ਦੇ ਵਿਚਾਰਾਂ ਨੂੰ, ਪੇਰੈਂਟਸ ਦੇ ਵਿਚਾਰਾਂ ਨੂੰ, ਸਟੂਡੈਂਟ ਦੇ ਵਿਚਾਰਾਂ ਨੂੰ ਸੁਣਿਆ ਜਾਂਦਾ ਹੈ ਤੇ ਰਿਸਪੈਕਟ ਕੀਤੀ ਜਾਂਦੀ ਹੈ। ਲਿਟਰਲ ਮੀਨਿੰਗ ਆਫ ਸੁਪਰਵਿਜ਼ਨ, ਸੁਪਰਵਿਜ਼ਨ ਕੀ ਹੁੰਦੀ ਹੈ? ਲਿਟਰਲ ਮੀਨਿੰਗ ਕਿਤਾਬੀ ਲੈ ਲਈਏ, ਕਿਤਾਬੀ ਮੀਨਿੰਗ ਕੀ ਹੈ ਉਹਦਾ? ਦੇਖੋ ਇਹੋ ਜਿਹਾ ਜੇ ਕੁਐਸਚਨ ਫਸ ਜੇ ਤਾਂ ਕੀ ਕਰਨਾ ਹੁੰਦਾ, ਤਾਂ ਐਲੀਮੀਨੇਸ਼ਨ ਕਰਨੀ ਹੈ ਸਭ ਤੋਂ ਪਹਿਲਾਂ। ਦੇਖੋ ਸਰਵਿਸ ਦੋ ਵਰਡ ਇੱਥੇ ਆ ਰਹੇ ਨੇ, ਬਾਕੀ ਤਾਂ ਨੌਲੇਜ ਐਫਰਟਸ ਆ, ਤਾਂ ਆਲਮੋਸਟ ਫਸਟ ਪਾਰਟ ਸਿਮਿਲਰ ਲੱਗ ਰਿਹਾ। ਤੇ ਫਿਰ ਅਗਰ ਪਾਵਰ ਸਰਵਿਸਿਜ਼ ਸਰਵਿਸ, ਸੁਪਰਵਿਜ਼ਨ ਦੇ ਵਿੱਚ ਦੇਖੋ ਕਿਤੇ ਸਰਵਿਸ ਨਹੀਂ ਇਨਵੋਲਵਡ ਹੁੰਦੀ, ਠੀਕ ਹੈ। ਸੁਪਰਵਿਜ਼ਨ ਦੇ ਵਿੱਚ ਉਹ ਬੰਦੇ ਕੋਲ ਪਾਵਰ ਹੁੰਦੀ ਹੈ, ਕਿਉਂਕਿ ਉਹ ਨੀਚਿਆਂ ਨੂੰ ਆਪਦੇ ਤਰੀਕੇ ਨਾਲ ਕਹਿ ਸਕਦਾ ਹੈ, ਕੰਟਰੋਲ ਕਰ ਸਕਦਾ, ਕਿਉਂਕਿ ਹੀ ਔਰ ਸ਼ੀ ਇਜ਼ ਅ ਸੁਪਰਵਾਈਜ਼ਰ। ਤੇ ਸੁਪੀਰੀਅਰ ਨੌਲੇਜ ਤਾਂ ਹੁੰਦੀ ਹੀ ਹੁੰਦੀ ਹੈ ਦੇਖੋ ਸੁਪਰਵਾਈਜ਼ਰ ਨੂੰ, ਤਾਂ ਹੀ ਉਹ ਸੁਪਰਵਾਈਜ਼ਰ ਹੈ, ਨਹੀਂ ਨੀਚੇ ਨਾ ਕੰਮ ਕਰ ਰਿਹਾ ਹੁੰਦਾ। ਤਾਂ ਨਾ ਇਹ ਡਿਲੀਟ ਕਰ ਦਿਓ। ਦੇਖੋ ਸਰਵਿਸਿਜ਼ ਨਹੀਂ ਜੁੜੀਆਂ ਹੁੰਦੀਆਂ ਉਹਦੇ ਨਾਲ, ਉਹਨੇ ਕੋਈ ਸਰਵ ਥੋੜੀ ਕਰਨਾ ਕੁਛ, ਬੇਸਿਕਲੀ ਉਹਨੇ ਨੀਚੇ ਵਾਲਿਆਂ ਨੂੰ ਕੰਟਰੋਲ ਕਰਨਾ, ਜਿਹੜਾ ਉਹਦਾ ਪਰਪਸ ਹੈ। ਤਾਂ A ਐਂਡ B ਆਪਸ਼ਨ ਐਲੀਮੀਨੇਟ ਕਰ ਦਿਓ। ਸੁਪੀਰੀਅਰ ਨੌਲੇਜ ਐਂਡ ਪਾਵਰ, ਮੇਨ ਜਿਹੜਾ ਵਰਕ ਹੈ ਉਹ ਸੁਪਰਵਿਜ਼ਨ ਦਾ ਹੈ। ਜਿਵੇਂ ਆਪਾਂ ਪੋਲਿਟਿਕਸ ਦੇ ਵਿੱਚ ਦੇਖ ਲਈਏ, ਹਰ ਇੱਕ ਪਾਰਟੀ ਦਾ ਇੱਕ ਸੁਪਰਵਾਈਜ਼ਰ ਹੁੰਦਾ, ਜਿਹਨੂੰ ਆਪਾਂ ਕਹਿ ਦਈਏ ਲੀਡਰ ਹੁੰਦਾ, ਮੇਨ ਲੀਡਰ ਪਾਰਟੀ ਦਾ। ਉਹ ਕੀ ਕਰਦਾ? ਸਭ ਤੋਂ ਪਾਵਰਫੁਲ ਹੁੰਦਾ ਤੇ ਉਹਨੂੰ ਸਭ ਤੋਂ ਜ਼ਿਆਦਾ ਨੌਲੇਜ ਹੁੰਦੀ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਟੂ ਬ੍ਰਿੰਗ ਹਾਰਮਨੀ, ਹਾਰਮਨੀ ਕੀ ਹੁੰਦਾ? ਆਪਾਂ ਕਹਿੰਦੇ ਹਾਂ ਯਾਰ ਸਾਰੀ ਹਾਰਮਨੀ ਚੱਲ ਰਹੀ ਹੈ, ਮਤਲਬ ਬੈਲੈਂਸ ਹੈ ਕੁਦਰਤ ਦੇ ਵਿੱਚ, ਹਰ ਇੱਕ ਚੀਜ਼ ਦੇ ਵਿੱਚ। ਜੇ ਬ੍ਰਿੰਗ ਹਾਰਮਨੀ ਲੈ ਕੇ ਆਉਣੀ ਹੈ, ਐਲੀਮੈਂਟਸ ਆਫ ਦੀ ਪ੍ਰੋਗਰਾਮ ਜਿਹੜੇ ਸਕੂਲ ਦੇ ਹੰਡਰਡਸ ਆਫ ਪ੍ਰੋਗਰਾਮਸ ਨੇ, ਜੇ ਸਾਰਿਆਂ ਵਿੱਚ ਹਾਰਮਨੀ ਲੈ ਕੇ ਆਉਣੀ ਹੈ, ਟੀਚਿੰਗ ਦੇ ਵਿੱਚ, ਲਰਨਿੰਗ ਦੇ ਵਿੱਚ, ਗੇਮਸ ਦੇ ਵਿੱਚ, ਡਰਾਮੈਟਿਕਸ ਦੇ ਵਿੱਚ, ਤਾਂ ਕੀ ਕਰਦੇ ਹਾਂ ਆਪਾਂ? ਕਮਾਂਡਿੰਗ ਤਾਂ ਹੁੰਦਾ, ਕਮਾਂਡ ਕਰਨਾ ਨਹੀਂ ਹੋ ਸਕਦਾ। ਆਰਗੇਨਾਈਜ਼ ਹੁੰਦਾ ਕਿਸੇ ਚੀਜ਼ ਨੂੰ ਆਰਗੇਨਾਈਜ਼ ਕਰਨਾ, ਆਰਗੇਨਾਈਜ਼ ਕਰਨ ਨਾਲ ਵੀ ਕੋਈ ਸੰਬੰਧ ਨਹੀਂ ਹਾਰਮਨੀ ਲੈ ਕੇ ਆਉਣ ਲਈ। ਹਾਰਮਨੀ ਇਜ਼ ਰਿਲੇਟਡ ਟੂ ਕੋਆਰਡੀਨੇਸ਼ਨ, ਜਦੋਂ ਹਰ ਇੱਕ ਟੀਚਰ ਦੂਜੇ ਨਾਲ ਕੋਆਰਡੀਨੇਟ ਕਰੇ, ਬੱਚੇ ਇੱਕ ਦੂਜੇ ਨਾਲ ਕੋਆਰਡੀਨੇਟ ਕਰਨ, ਇੱਕ ਕੋਆਰਡੀਨੇਸ਼ਨ ਦੇ ਵਿੱਚ ਪ੍ਰੋਗਰਾਮ ਚੱਲੇ, ਤਾਂ ਦੈਟ ਵੀ ਕਾਲ ਐਜ਼ ਸਮਥਿੰਗ ਦੈਟ ਬ੍ਰਿੰਗਸ ਹਾਰਮਨੀ। ਪਲੈਨਿੰਗ ਵੀ ਨਹੀਂ, ਪਲੈਨਿੰਗ ਤਾਂ ਬੇਸਿਕਲੀ ਪਲਾਨ ਕਰਨਾ ਕਿਸੇ ਚੀਜ਼ ਨੂੰ, ਠੀਕ ਹੈ, ਉਹਦੇ ਨਾਲ ਹਾਰਮਨੀ ਥੋੜ੍ਹੇ ਆ ਜਾਏਗੀ। ਤਾਂ ਐਲੀਮੀਨੇਸ਼ਨ ਯੂਜ਼ ਕਰੋ ਇਹ ਮੈਥਡੋਲੋਜੀ, ਇਹਦੇ ਨਾਲ ਬਹੁਤ ਜ਼ਿਆਦਾ ਆਂਸਰ ਠੀਕ ਹੋਣੇ। ਨੈਕਸਟ ਕੁਐਸਚਨ ਦੇਖਦੇ ਹਾਂ। ਟੂ ਅਸੈਸ ਅਚੀਵਮੈਂਟ ਐਟ ਦੀ ਐਂਡ ਆਫ ਇੰਸਟਰਕਸ਼ਨ। ਦੇਖੋ ਕੁਝ ਤਰ੍ਹਾਂ ਦੀ ਅਸੈਸਮੈਂਟ ਹੁੰਦੀ ਹੈ, ਡਿਫਰੈਂਟ ਤਰ੍ਹਾਂ ਦੀ, ਉਹਦੇ ਬਾਰੇ ਗੱਲ ਕਰ ਰਹੇ ਹਾਂ ਆਪਾਂ। ਸਮਝ ਲਓ ਤੁਸੀਂ 1 ਘੰਟੇ ਦਾ ਲੈਕਚਰ ਲਗਾਇਆ ਕਲਾਸ ਦੇ ਵਿੱਚ, ਤੇ ਤੁਸੀਂ ਹੁਣ ਉਹਦਾ ਸ਼ਾਮ ਬਾਅਦ ਦੇ ਵਿੱਚ ਟੈਸਟ ਲੈ ਰਹੇ ਹੋ ਵੀ 1 ਘੰਟੇ ਵਿੱਚ ਬੱਚਿਆਂ ਨੇ ਕੀ ਸਿੱਖਿਆ। ਤਾਂ ਇਹਦਾ ਮਤਲਬ ਇਹੀ ਹੈ ਨਾ, ਅਚੀਵਮੈਂਟ ਐਟ ਦੀ ਐਂਡ ਆਫ ਇੰਸਟਰਕਸ਼ਨ, ਇਟ ਮੀਨਸ ਸਮੇਟਿਵ ਅਸੈਸਮੈਂਟ। ਤਾਂ ਸਮੇਟਿਵ ਅਸੈਸਮੈਂਟ ਉਹ ਹੁੰਦੀ ਹੈ ਜਿਹਦੇ ਵਿੱਚ ਐਂਡ ਆਫ ਦੀ ਇੰਸਟਰਕਸ਼ਨ ਤੋਂ ਬਾਅਦ ਤੁਸੀਂ ਕੋਈ ਅਚੀਵਮੈਂਟ ਟੈਸਟ ਕਰੋ ਬੱਚਿਆਂ ਨੂੰ। ਸਮੇਟਿਵ ਅਸੈਸਮੈਂਟ, ਇਹਨਾਂ ਬਾਰੇ ਗੱਲ ਕਰਦੇ ਹਾਂ। ਸਮੇਟਿਵ ਅਸੈਸਮੈਂਟ ਕੀ ਹੁੰਦੀ ਹੈ? ਬੇਸਿਕਲੀ ਇਹਦਾ ਪਰਪਸ ਕੀ ਹੁੰਦਾ ਹੈ? ਸਟੂਡੈਂਟ ਦੀ ਜਿਹੜੀ ਲਰਨਿੰਗ ਹੈ, ਜਦੋਂ ਕੋਈ ਇੰਸਟਰਕਸ਼ਨ ਯੂਨਿਟ ਪੂਰੀ ਹੋ ਜਾਂਦੀ ਹੈ, ਤਾਂ ਆਪਾਂ ਸਮੇਟਿਵ ਅਸੈਸਮੈਂਟ ਯੂਜ਼ ਕਰਦੇ ਹਾਂ ਕਿ ਬੱਚੇ ਨੇ ਕੀ ਸਿੱਖਿਆ ਇਹ ਇੰਸਟਰਕਸ਼ਨਸ ਤੋਂ ਬਾਅਦ। ਕੋਈ ਸਟੈਂਡਰਡ ਜਾਂ ਬੈਂਚ ਮਾਰਕ ਆਪਾਂ ਦੇਖਦੇ ਹਾਂ, ਜਨਰਲੀ ਬਣਾ ਰੱਖਿਆ ਹੁੰਦਾ ਵੀ ਯਾਰ ਮੈਂ 1 ਘੰਟਾ ਲੈਕਚਰ ਲਾਇਆ ਤਾਂ ਜਨਰਲੀ ਬੱਚੇ ਅਸੀਂ ਸਿੱਖ ਲੈਂਦੇ ਨੇ। ਸਮੇਟਿਵ ਜਿਹੜੀ ਅਸੈਸਮੈਂਟਸ ਹੁੰਦੀਆਂ ਹਾਈ ਸਟੇਕਸ ਹੁੰਦੇ ਨੇ ਇਹਦੇ ਵਿੱਚ, ਕਿਉਂਕਿ ਹਾਈ ਪੁਆਇੰਟ ਵੈਲਿਊ ਹੁੰਦੀ ਹੈ। ਮਿਡ ਟਰਮ ਐਗਜ਼ਾਮ ਕਹਿ ਲਈਏ ਜਿਵੇਂ ਆਪਾਂ, ਠੀਕ ਹੈ, ਜਿਵੇਂ ਤੁਹਾਡੇ ਐਗਜ਼ਾਮ ਹੁੰਦੇ ਨੇ ਸਕੂਲਾਂ ਦੇ ਵਿੱਚ, ਠੀਕ ਹੈ, 6 ਮਹੀਨੇ ਪੜ੍ਹਾਇਆ ਤੇ ਹੁਣ ਐਗਜ਼ਾਮ ਹੋ ਗਿਆ, ਐਂਡ ਆਫ ਦੀ ਇੰਸਟਰਕਸ਼ਨ ਪੂਰੀਆਂ ਹੋ ਗਈਆਂ ਨਾ, ਤਾਂ ਉਹ ਤੋਂ ਬਾਅਦ ਜਿਹੜਾ ਟੈਸਟ ਹੋਇਆ ਦੈਟ ਵੀ ਕਾਲ ਐਜ਼ ਸਮੇਟਿਵ ਅਸੈਸਮੈਂਟ। ਨੈਕਸਟ ਦੇਖਦੇ ਹਾਂ ਕਿਸ ਤਰ੍ਹਾਂ ਦੀ ਹੁੰਦੀ ਹੈ ਫਾਰਮੇਟਿਵ ਅਸੈਸਮੈਂਟ। ਇਹ ਫਾਰਮੇਟਿਵ ਅਸੈਸਮੈਂਟ ਇਦਾਂ ਦੀ ਚੀਜ਼ ਹੈ ਵੀ ਤੁਸੀਂ ਕਲਾਸ ਦੇ ਵਿੱਚ ਨਾਰਮਲੀ ਦੇਖੀ ਜਾਓ ਕਿ ਬੱਚੇ ਯਾਰ ਲਰਨ ਕੀ ਕਰ ਰਹੇ ਨੇ। ਇੱਕ ਤੁਹਾਨੂੰ 15 ਦਿਨ ਹੋ ਗਏ ਪੜ੍ਹਾਉਂਦੇ ਹੋਏ, ਤੁਸੀਂ ਹੁਣ ਉਹਨਾਂ ਤੋਂ ਕੁਐਸਚਨ ਪੁੱਛਣ ਲੱਗ ਜਾਏ ਵਿੱਚੋਂ ਹੀ, ਜਿਵੇਂ ਕੰਪਰੀਹੈਂਸ਼ਨ ਐਬਿਲਿਟੀ ਉਹਨਾਂ ਦੀ ਕਿਵੇਂ ਹੈ, ਲਰਨਿੰਗ ਨੀਡਸ ਕੀ ਨੇ ਬੱਚਿਆਂ ਦੀਆਂ, ਅਕੈਡਮਿਕ ਪ੍ਰੋਗਰੈਸ ਕਿਵੇਂ ਕਰ ਰਹੇ ਨੇ, ਕੋਈ ਪਰਟੀਕੂਲਰ ਲੈਸਨ ਪੜ੍ਹਾਇਆ ਉਹ ਤੋਂ ਬਾਅਦ ਚੈੱਕ ਕਰ ਲਿਆ। ਜੇ ਇਹਦੀ ਐਗਜ਼ਾਮਪਲ ਦੇਖੀਏ, ਜਿਵੇਂ ਆਪਾਂ ਕਨਸੈਪਟ ਮੈਪ ਕਹਿ ਦਿਓ ਬੱਚਿਆਂ ਨੂੰ ਕੀ ਅੰਡਰਸਟੈਂਡ ਕੀਤਾ ਯਾਰ ਉਹਨਾਂ ਨੇ ਦੱਸੋ, ਸਬਮਿਟ ਕਰਨ ਟੀਚਰ ਨੂੰ, ਠੀਕ ਹੈ। ਤਾਂ
ਇਹ ਹੁੰਦੀ ਹੈ ਫਾਰਮੇਟਿਵ ਅਸੈਸਮੈਂਟ। ਇਹ ਮਤਲਬ ਕਦੋਂ ਵੀ ਲੈ ਸਕਦੇ ਹੋ ਤੁਸੀਂ। ਬੇਸਿਕਲੀ ਪਰਪਸ ਇਹਦਾ ਇਹੀ ਹੁੰਦਾ ਹੈ ਕਿ ਪਤਾ ਲੱਗਦਾ ਰਹੇ ਵੀ ਤੁਹਾਨੂੰ ਬੱਚੇ ਇੰਪਰੂਵ ਕਰ ਰਹੇ ਨੇ, ਕਿੱਥੇ ਕਮੀਆਂ ਆ ਰਹੀਆਂ ਨੇ, ਤੇ ਜੇ ਮੈਥਡੋਲੋਜੀ ਚੇਂਜ ਕਰਨ ਦੀ ਲੋੜ ਹੈ ਤਾਂ ਕਰਨੀ ਚਾਹੀਦੀ। ਡਾਇਗਨੋਸਟਿਕ ਅਸੈਸਮੈਂਟ। ਦੇਖੋ ਡਾਇਗਨੋਸਟਿਕ ਟੈਸਟ ਹੁੰਦਾ ਹੈ ਜਦੋਂ ਆਪਾਂ ਪਹਿਲਾਂ ਹੀ ਬੱਚੇ ਨੂੰ ਟੈਸਟ ਕਰ ਲਈਏ ਵੀ ਉਹਨੂੰ ਆਉਂਦਾ ਕੀ ਹੈ, ਪ੍ਰੀ ਲੋਡਡ। ਦੇਖੋ ਠੀਕ ਹੈ, ਤੁਸੀਂ ਹਜੇ ਕਲਾਸ ਸ਼ੁਰੂ ਕੀਤੀ ਹੈ, ਇੰਸਟਰਕਸ਼ਨ ਨਹੀਂ, ਟੌਪਿਕ ਨਹੀਂ ਸ਼ੁਰੂ ਕੀਤਾ, ਤਾਂ ਪਹਿਲਾਂ ਹੀ ਇੱਕ ਛੋਟਾ ਜਿਹਾ ਟੈਸਟ ਲੈ ਲਓ ਕਿ ਬੱਚੇ ਨੂੰ ਪਤਾ ਕੀ ਹੈ, ਹਜੇ ਤੱਕ ਉਹਦੀ ਕੀ ਇਨਫੋਰਮੇਸ਼ਨ ਹੈ, ਕੀ ਨੌਲੇਜ ਹੈ ਉਹਨੂੰ, ਤਾਂ ਉਹ ਹੁੰਦਾ ਡਾਇਗਨੋਸਟਿਕ ਟੈਸਟ। ਤਾਂ ਟੀਚਰਸ ਨੂੰ ਪਤਾ ਲੱਗ ਜਾਂਦਾ ਕਿ ਕੀ ਕਮੀਆਂ ਨੇ ਬੱਚਿਆਂ ਨੂੰ, ਮਤਲਬ ਕਿੰਨੀ ਨੌਲੇਜ ਹੈ ਤੇ ਕਿਵੇਂ ਪੜ੍ਹਾਉਣਾ ਚਾਹੀਦਾ ਹੈ। ਟੀਚਰ ਨੂੰ ਖੁਦ ਵੀ ਪਤਾ ਲੱਗ ਜਾਂਦਾ ਕਿ ਮੈਨੂੰ ਕਿੰਨੀ ਨੌਲੇਜ ਹੈ, ਜੇ ਉਹਨੂੰ ਕਿਸੇ ਚੀਜ਼ ਨੂੰ ਪ੍ਰਪੇਅਰ ਕਰਨਾ ਹੈ ਤਾਂ ਪ੍ਰਪੇਅਰ ਕਰਕੇ ਆਉਂਦਾ ਆਪਣਾ ਲੈਕਚਰ। ਬਸ ਸਿਰਫ ਇਹ ਪਲੈਨਿੰਗ ਤੇ ਆਇਡੈਂਟੀਫਾਈ ਕਰਨ 'ਚ ਹੈਲਪ ਕਰਦਾ ਹੈ ਤਾਂ ਕਿ ਟਾਈਮ ਸਹੀ ਲੱਗੇ ਤੇ ਬੱਚੇ ਸਿੱਖ ਸਕਣ ਚੀਜ਼ਾਂ ਨੂੰ। ਨੈਕਸਟ ਹੈ ਪਲੇਸਮੈਂਟ ਅਸੈਸਮੈਂਟ। ਪਲੇਸਮੈਂਟ ਅਸੈਸਮੈਂਟ, ਦੇਖੋ ਪਲੇਸਮੈਂਟ ਵਰਡ, ਪਲੇਸਮੈਂਟ ਕਰਦੀ ਹੈ ਕਿਸੇ ਦੀ। ਇਹ ਕਾਲਜਸ ਲੈਂਦੇ ਨੇ ਬੇਸਿਕਲੀ ਪਲੇਸਮੈਂਟ ਟੈਸਟਿੰਗ। ਇਹ 'ਚੋਂ ਪਤਾ ਲੱਗ ਜਾਂਦਾ ਕਿ ਕੀ ਅਚੀਵਮੈਂਟ ਹੈ ਬੱਚੇ ਦੀ, ਕੀ ਕਰੈਕਟਰਿਸਟਿਕਸ ਨੇ, ਤੇ ਇੱਕ ਇੰਸਟਰਕਸ਼ਨ ਸੀਕੁਐਂਸ ਬਣਾਇਆ ਜਾਂਦਾ। ਜਿਵੇਂ ਤੁਸੀਂ ਕਰ ਲਓ ਕੈਟ ਦੀ ਤਿਆਰੀ ਕਰ ਰਹੇ ਹੋ ਜਾਂ ਤੁਸੀਂ IITs ਦੀ ਤਿਆਰੀ ਕਰ ਰਹੇ ਹੋ, ਜਿਹੜੇ ਇੰਸਟੀਟਿਊਟ ਨੇ ਉਹ ਤੁਹਾਨੂੰ ਨੂੰ ਬੈਚਿਸ 'ਚ ਪਾ ਦਿੰਦੇ ਨੇ ABCD। ਪਹਿਲਾਂ ਪਲੇਸਮੈਂਟ ਟੈਸਟ ਲੈਂਦੇ ਨੇ ਉਹਦੇ ਵਿੱਚ, ਫਿਰ ਜੇ ਉਹਨਾਂ ਨੂੰ ਲੱਗਦਾ ਵੀ ਸਭ ਤੋਂ ਅੱਛੇ ਬੱਚੇ ਨੇ ਉਹਨੂੰ A 'ਚ ਪਾ ਦਿੰਦੇ ਨੇ, ਬਾਕੀਆਂ ਨੂੰ C D, ਉਹਨਾਂ ਦੀ ਲਰਨਿੰਗ ਦੇ ਅਕੋਰਡਿੰਗ ਪਾਉਂਦੇ ਨੇ, ਤਾਂ ਉਹਨੂੰ ਪਲੇਸਮੈਂਟ ਟੈਸਟਿੰਗ ਕਹਿ ਦਿੰਦੇ ਨੇ। ਨੈਕਸਟ ਚੱਲਦੇ ਹਾਂ ਅੱਗੇ। ਪਰਮਾਨੈਂਟ ਡਿਫੀਕਲਟੀਜ਼ ਇਨ ਲਰਨਿੰਗ ਆਰ ਇਨਵੈਸਟੀਗੇਟਡ ਇਨ। ਪਰਮਾਨੈਂਟ ਜਿਹੜੀ ਡਿਫੀਕਲਟੀਜ਼ ਨੇ ਉਹ ਡਾਇਗਨੋਸਟਿਕ ਅਸੈਸਮੈਂਟ ਦੇ ਵਿੱਚ ਪਤਾ ਲੱਗਦਾ ਆਪਾਂ ਨੂੰ। ਪਲੇਸਮੈਂਟ ਤੋਂ ਦੇਖੋ ਪਲੇਸ ਕਰ ਦੋਗੇ, ਸਮੇਟਿਵ ਦਾ ਐਂਡ ਆਫ ਸੈਸ਼ਨ ਦਾ ਨਹੀਂ ਪਤਾ ਲੱਗਦਾ, ਫਾਰਮੇਟਿਵ ਦਾ ਵਿੱਚ ਪੁੱਛਦੇ ਰਹੋ। ਇੱਕ ਡਾਇਗਨੋਸਟਿਕ ਟੈਸਟ ਹੈ, ਸ਼ੁਰੂ ਤੋਂ ਹੀ ਪਤਾ ਲੱਗ ਜਾਂਦਾ ਵੀ ਕਿੱਥੇ ਕਿੱਥੇ ਡਿਫੀਕਲਟੀਜ਼ ਨੇ। ਨੈਕਸਟ ਕੁਐਸਚਨ ਦੇਖਦੇ ਹਾਂ, ਪ੍ਰੋਸੀਜਰਸ ਯੂਜ਼ ਟੂ ਡਿਟਰਮਿਨ ਪਰਸਨਸ ਐਬਿਲਿਟੀਜ਼। ਕਿਹੜਾ ਪ੍ਰੋਸੀਜਰ ਯੂਜ਼ ਕਰਦੇ ਆ ਤੇ ਤਾਂ ਕਿ ਬੰਦੇ ਦੀਆਂ ਐਬਿਲਿਟੀਜ਼। ਇਹ ਡਿਫਰੈਂਟ ਤਰ੍ਹਾਂ ਦੇ ਟੈਸਟ ਨੇ। ਟਿਪੀਕਲ ਪਰਫਾਰਮੈਂਸ ਟੈਸਟ, ਨੋਨ ਪਰਫਾਰਮੈਂਸ ਟੈਸਟ, ਕ੍ਰਾਈਟੀਰੀਅਨ ਪਰਫਾਰਮੈਂਸ ਟੈਸਟ ਤੇ ਮੈਕਸਿਮਮ ਪਰਫਾਰਮੈਂਸ ਟੈਸਟ। ਪਰਸਨ ਦੀ ਜਿਹੜੀ ਐਬਿਲਿਟੀਜ਼ ਨੂੰ ਆਇਡੈਂਟੀਫਾਈ ਕਰਨ ਲਈ ਮੈਕਸਿਮਮ ਪਰਫਾਰਮੈਂਸ ਟੈਸਟ ਹੁੰਦਾ ਹੈ। ਆਪਾਂ ਹੁਣ ਇਹ ਚਾਰੇ ਟੈਸਟਾਂ ਬਾਰੇ ਗੱਲ ਕਰਦੇ ਹਾਂ ਕਿ ਕੀ ਟੈਸਟ ਨੇ ਇਹ। ਦੇਖੋ ਟਿਪੀਕਲ ਪਰਫਾਰਮੈਂਸ ਟੈਸਟ, ਜਨਰਲੀ ਇੱਕ ਟਿਪੀਕਲ ਪਰਫਾਰਮੈਂਸ ਟੈਸਟ ਹੁੰਦਾ ਵੀ ਜਦੋਂ ਕੋਈ ਬੰਦਾ ਰੈਗੂਲਰ ਡੇ ਟੂ ਡੇ ਕਿਵੇਂ ਕੰਮ ਕਰ ਰਿਹਾ, ਕੀ ਪਰਫਾਰਮੈਂਸ ਹੈ ਉਹਦੀ, ਉਹਨੂੰ ਐਕਸੈਸ ਕਰਨ ਲਈ ਯੂਜ਼ ਹੁੰਦਾ। ਟਿਪੀਕਲ ਵਰਡ ਇਹਦੇ ਲਈ। ਜਿਵੇਂ ਗਿਵਨ ਸਿਚੁਏਸ਼ਨ, ਕੋਈ ਨਾਰਮਲ ਗਿਵਨ ਸਿਚੁਏਸ਼ਨ ਹੁੰਦੀ ਹੈ, ਉਹਦੇ ਵਿੱਚ ਚੈੱਕ ਕਰਦੇ ਉਹਦੀ ਪਰਫਾਰਮੈਂਸ ਕਿਵੇਂ ਹੈ, ਕਿਸੇ ਵੀ ਦਿਨ ਟੈਸਟ ਕਰ ਲੈਂਦੇ ਨੇ। ਇਹ 'ਚ ਜਨਰਲੀ ਰਾਈਟ ਐਂਡ ਰੋਂਗ ਇੰਪੋਰਟੈਂਟ ਨਹੀਂ ਹੁੰਦਾ, ਬਟ ਇੰਪੋਰਟੈਂਟ ਹੁੰਦਾ ਕਿ ਕੀ ਚੁਆਇਸਿਸ ਲੈਂਦਾ ਬੰਦਾ, ਕੀ ਪ੍ਰੈਫਰੈਂਸਿਸ ਨੇ, ਕੀ ਸਟਰੈਂਥ ਦੀ ਉਹਨੂੰ ਫੀਲਿੰਗਸ ਆ ਰਹੀਆਂ ਨੇ। ਜਿਵੇਂ ਤੁਸੀਂ ਸਕੂਲ ਦੇ ਵਿੱਚ ਹੀ ਲਗਾ ਲਓ, ਇੱਕ ਨਾਰਮਲ ਟੀਚਰ ਕਿਵੇਂ ਪਰਫਾਰਮ ਕਰ ਰਿਹਾ ਨਾਰਮਲੀ, ਨਾਰਮਲ ਡੇਜ਼ ਦੇ ਵਿੱਚ ਕਿਵੇਂ ਪਰਫਾਰਮ ਕਰਦਾ ਉਹਨੂੰ ਆਪਾਂ ਟਿਪੀਕਲ ਪਰਫਾਰਮੈਂਸ ਟੈਸਟ ਕਹਿ ਦਿੰਦੇ ਹਾਂ। ਇੱਕ ਹੁੰਦਾ ਨੋਰਮ ਰੈਫਰੈਂਸ ਟੈਸਟ, ਠੀਕ ਹੈ। ਇਹ ਕੀ ਹੁੰਦਾ, ਸਟੈਂਡਰਡਾਈਜ਼ ਟੈਸਟ ਹੁੰਦੇ ਨੇ। ਜਨਰਲੀ ਇਹ ਕੰਪੈਰੀਜ਼ਨ ਲਈ ਯੂਜ਼ ਕੀਤੇ ਜਾਂਦੇ ਨੇ। ਇਹ 'ਚ ਕੀ ਕਰਦਾ, ਜਿਹੜੇ ਟੈਸਟ ਟੇਕਰਸ ਹੁੰਦੇ ਨੇ ਉਹਨਾਂ ਦੇ ਆਪਸ ਦੇ ਵਿੱਚ ਲਰਨਿੰਗ ਚੈੱਕ ਹੁੰਦੀ ਹੈ ਵੀ ਕਿਸੇ ਬੰਦੇ ਨੂੰ ਕਿੰਨੀ ਕੁ ਨੌਲੇਜ ਹੈ। ਜਿਵੇਂ ਸਕੂਲ ਦੇ ਵਿੱਚ 50 ਬੱਚੇ ਨੇ, ਠੀਕ ਹੈ, ਤੁਸੀਂ 50 ਦਾ ਟੈਸਟ ਲੈ ਰਹੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਵੀ ਬੱਚਾ ਕਿਸੇ ਦੂਜੇ ਬੱਚੇ ਦੇ ਕੰਪੈਰੀਜ਼ਨ 'ਚ ਕਿਵੇਂ ਪਰਫਾਰਮ ਕਰ ਰਿਹਾ ਹੈ। ਬਟ ਇੱਕ ਐਵਰੇਜ ਵੀ ਲਈ ਜਾਂਦੀ ਹੈ, ਜਿਹੜੀ ਆਪਾਂ ਐਵਰੇਜ ਸਟੂਡੈਂਟ ਤੋਂ ਜ਼ਿਆਦਾ ਪਰਫਾਰਮ ਕਰ ਰਿਹਾ ਅੱਛਾ ਜਾਂ ਵਰਸ ਪਰਫਾਰਮ ਕਰ ਰਿਹਾ, ਉਹਨਾਂ ਦੇ ਜਨਰਲੀ ਜਿਹੜੇ ਸਕੋਰਸ ਹੁੰਦੇ ਨੇ, ਠੀਕ ਹੈ, ਆਪਾਂ ਉਹਨਾਂ ਨੂੰ ਕੰਪੈਰੀਜ਼ਨ ਕਰਦੇ ਹਾਂ। ਜਨਰਲੀ ਇਹਦੇ ਵਿੱਚ ਸਾਰੇ ਜਿਹੜੇ ਟੈਸਟ ਟੇਕਰਸ ਹੁੰਦੇ ਆ ਸੇਮ ਏਜ ਦੇ ਹੁੰਦੇ ਆ, ਸੇਮ ਗ੍ਰੇਡ ਲੈਵਲ ਦੇ ਹੁੰਦੇ ਆ, ਤਾਂ ਇਹ ਸਕੂਲ ਦੇ ਵਿੱਚ ਕੰਪੈਰੀਜ਼ਨ ਦੱਸਦਾ ਹੈ ਆਪਾਂ ਨੂੰ। ਨੈਕਸਟ ਦੇਖਦੇ ਹਾਂ, ਕ੍ਰਾਈਟੀਰੀਅਨ ਰੈਫਰੈਂਸ ਟੈਸਟ। ਕੀ ਹੁੰਦਾ ਇਹ ਜਿਹੜੇ ਆਪਾਂ ਸਕੂਲ ਦੇ ਵਿੱਚ ਐਗਜ਼ਾਮ ਲੈਂਦੇ ਆ ਸਾਲ ਤੋਂ ਬਾਅਦ, ਉਹਨਾਂ ਨੂੰ ਕਹਿ ਸਕਦੇ ਹਾਂ ਕ੍ਰਾਈਟੀਰੀਅਨ ਰੈਫਰੈਂਸ ਟੈਸਟ, ਕਿਉਂਕਿ ਇਹਦੇ ਵਿੱਚ ਪ੍ਰੋਪਰ ਕ੍ਰਾਈਟੀਰੀਆ ਹੁੰਦਾ ਹੈ, ਇੱਕ ਸਟੈਂਡਰਡਸ ਹੁੰਦੇ ਨੇ। ਆਪਾਂ ਐਕਸਪੈਕਟ ਕਰਦੇ ਹਾਂ ਕਿ ਸਟੂਡੈਂਟ ਨੇ ਹੁਣ 1 ਸਾਲ ਲਗਾ ਲਿਆ ਤਾਂ ਉਹਦੀ ਪਰਫਾਰਮੈਂਸ ਇਹ ਚੀਜ਼ਾਂ ਦੀ ਹੋਣੀ ਚਾਹੀਦੀ ਹੈ, ਉਹਦੀ ਕੰਸਾਈਜ਼ ਹੋਣੀ ਚਾਹੀਦੀ ਹੈ, ਰਿਟਨ ਡਿਸਕ੍ਰਿਪਸ਼ਨ ਕਰ ਸਕਦਾ ਹੈ ਕਿੰਨੀ ਚੀਜ਼ਾਂ ਦੇ, ਠੀਕ ਹੈ। ਤਾਂ ਇਵੈਲੂਏਟ ਕਰਦਾ ਹੈ ਕਿ ਸਟੂਡੈਂਟਸ ਨੇ ਜੇ 1 ਸਾਲ ਦੇ ਵਿੱਚ ਪੂਰੀ ਸਪੈਸੀਫਿਕ ਬਾਡੀ ਆਫ ਨੌਲੇਜ ਅਕਵਾਇਰ ਕਰ ਲਿਆ, ਸਕਿੱਲ ਕਰ ਲਿਆ, ਜਿਹੜਾ ਕਰਿਕੂਲਮ ਆਪਾਂ ਟੀਚ ਕੀਤਾ ਕੋਰਸ ਦੇ ਵਿੱਚ। ਜਨਰਲੀ ਅਕੈਡਮਿਕ ਪ੍ਰੋਗਰਾਮਸ ਜਿਹੜੇ ਫਾਈਨਲੀ ਟੈਸਟ ਕੀਤੇ ਜਾਂਦੇ ਨੇ ਉਹ ਕ੍ਰਾਈਟੀਰੀਅਨ ਰੈਫਰੈਂਸ ਟੈਸਟ ਹੁੰਦੇ ਨੇ। ਨੈਕਸਟ ਹੁੰਦਾ ਮੈਕਸਿਮਮ ਪਰਫਾਰਮੈਂਸ। ਦੇਖੋ ਵਰਡ ਹੀ ਹੈ ਮੈਕਸਿਮਮ। ਮੈਕਸਿਮਮ ਕੀ ਹੈ ਕਿ ਬੰਦੇ ਨੂੰ ਮੈਕਸਿਮਮ ਜ਼ੋਰ ਲਗਾਉਣ ਲਈ ਜਦੋਂ ਕੋਈ ਚੀਜ਼ ਦਿੰਦੇ ਨੇ, ਜਿਹੜਾ ਉਹ ਐਫਰਟ ਲਗਾਉਂਦਾ ਹੈ ਕਿਸੇ ਚੀਜ਼ ਤੇ, ਉਹਨੂੰ ਕਹਿ ਦਿੰਦੇ ਆ ਮੈਕਸਿਮਮ ਐਫਰਟ ਟੈਸਟ, ਪਰਫਾਰਮੈਂਸ ਟੈਸਟ, ਵਿਚ ਲੁੱਕ ਐਟ ਹਾਊ ਐਨ ਇੰਡੀਵਿਜੂਅਲ ਕੈਨ ਪਰਫਾਰਮ ਵੈਦਰ ਵੈਨ ਦੇ ਆਰ ਐਗਜ਼ਰਟਿੰਗ, ਮਤਲਬ ਐਗਜ਼ਰਟ ਕਰਨਾ, ਪੂਰਾ ਜ਼ੋਰ ਲਗਾਉਣਾ, ਮੈਕਸਿਮਮ ਐਫਰਟ ਕਰਦੇ ਨੇ ਤਾਂ ਕੀ ਪਰਫਾਰਮੈਂਸ ਆਉਂਦੀ ਹੈ ਉਹਨਾਂ ਦੀ। ਟਿਪੀਕਲ ਪਰਫਾਰਮੈਂਸ ਦੇ ਨਾਲ ਕੰਪੈਰੀਜ਼ਨ ਕਰ ਲਈਏ, ਇਹ ਹੁੰਦਾ ਰੈਗੂਲਰ ਬੇਸਿਸ ਤੇ, ਇਹ ਹੁੰਦਾ ਜਦੋਂ ਬੰਦਾ ਪੂਰਾ ਹੀ ਜ਼ੋਰ ਲਗਾ ਦੇ ਆਪਦਾ। ਬਸ ਇਹ ਡਿਫਰੈਂਸ ਹੈ ਦੋਨਾਂ ਦੇ ਵਿੱਚ। ਤਾਂ ਆਪਾਂ 4 ਤਰ੍ਹਾਂ ਦੇ ਟੈਸਟ ਦੇਖੇ, ਟਿਪੀਕਲ ਪਰਫਾਰਮੈਂਸ ਟੈਸਟ, ਨੋਨ ਪਰਫਾਰਮੈਂਸ ਟੈਸਟ,
ਕ੍ਰਾਈਟੀਰੀਅਨ ਪਰਫਾਰਮੈਂਸ ਟੈਸਟ ਤੇ ਮੈਕਸਿਮਮ ਪਰਫਾਰਮੈਂਸ ਟੈਸਟ। Which appropriate verb will be used to make an objective behavior? ਜੇ ਕਿਸੇ ਦੇ ਬਿਹੇਵੀਅਰ ਨੂੰ ਆਪਾਂ ਪ੍ਰੋਪਰਲੀ ਅੰਡਰਸਟੈਂਡ ਕਰਨਾ ਹੈ ਤਾਂ ਅੰਡਰਸਟੈਂਡਿੰਗ ਨਹੀਂ ਹੁੰਦੀ, ਐਪਰੀਸ਼ੀਏਟ ਕਰਨਾ ਤਾਂ ਹੁੰਦਾ ਸਲਾਹ, ਮਤਲਬ ਕਿਸੇ ਦੀ ਸਿਫਤ ਕਰਨੀ, ਜਾਣਨਾ ਵੀ ਨਹੀਂ ਹੁੰਦਾ, ਕੰਸਟਰਕਟ ਕਰਨਾ ਹੈ। ਆਪਾਂ ਪੂਰਾ ਕੰਸਟਰਕਟ ਕਰਾਂਗੇ ਚੀਜ਼ਾਂ ਨੂੰ ਵੀ ਉਹ ਇਸ ਤਰ੍ਹਾਂ ਕਿਵੇਂ ਪਰਫਾਰਮ ਕਰਦਾ ਹੈ ਬੰਦਾ, ਕਿਸ ਐਕਟੀਵਿਟੀ ਵਿੱਚ ਕੀ ਚੱਲ ਰਿਹਾ ਉਹਦਾ ਬਿਹੇਵੀਅਰ A to Z। ਤਾਂ ਓਬਜੈਕਟਿਵ ਬਿਹੇਵੀਅਰ ਨੂੰ ਅੰਡਰਸਟੈਂਡ ਕਰਨ ਲਈ ਆਪਾਂ ਕੰਸਟਰਕਟ ਵਰਡ ਯੂਜ਼ ਕਰਦੇ ਹਾਂ। ਨੈਕਸਟ, ਇਹ ਸੁਪਰਵਾਈਜ਼ਰ ਕੌਣ ਹੁੰਦਾ ਹੈ? ਦੇਖੋ ਆਪਾਂ ਕੀਤਾ ਸੀਗਾ, ਦੱਸੋ ਕੀ ਹੁੰਦਾ ਸੁਪਰਵਾਈਜ਼ਰ। ਐਲੀਮੀਨੇਸ਼ਨ ਮੈਥਡ ਯੂਜ਼ ਕਰੋ। ਇੰਸਪੈਕਟਸ ਕਲਾਸਰੂਮਸ, ਉਹਦਾ ਕੰਮ ਤਾਂ ਨਹੀਂ ਹੈਗਾ ਉਸਦਾ। ਡਾਇਰੈਕਸ਼ਨ ਦੇਣਾ ਹੋ ਸਕਦਾ ਕੰਮ। ਕ੍ਰਿਟੀਸਾਈਜ਼ ਦਾ ਟੀਚਿੰਗ ਮੈਥਡ, ਉਹ ਕ੍ਰਿਟੀਸਾਈਜ਼ ਨਹੀਂ ਕਰਦਾ ਜਨਰਲੀ। ਪ੍ਰੋਵਾਈਡਸ ਫਰੈਂਡਲੀ ਹੈਲਪ। ਤੁਹਾਡੇ ਕੋਲ ਦੋ ਆਪਸ਼ਨਸ ਬਚੀਆਂ, ਕੀ ਕਰੋਗੇ? ਸੁਪਰਵਾਈਜ਼ਰ ਯਾਰ ਪ੍ਰੋਵਾਈਡਸ ਫਰੈਂਡਲੀ ਹੈਲਪ ਟੂ ਟੀਚਰਸ ਐਂਡ ਸਟੂਡੈਂਟਸ ਬੋਥ। ਇੰਡੀਕੇਸ਼ਨ ਆਫ ਅ ਡੈਮੋਕ੍ਰੈਟਿਕ ਐਟੀਟਿਊਡ। ਡੈਮੋਕ੍ਰੈਟਿਕ ਐਟੀਟਿਊਡ ਆਪਸ਼ਨਸ ਦੇਖੋ, ਪਾਰਟਿਸਿਪੇਸ਼ਨ ਯੈਸ, ਆਲ ਦੀ ਸਾਰਿਆਂ ਦੀ ਪਾਰਟਿਸਿਪੇਸ਼ਨ, ਇਕੁਅਲ ਰਾਈਟਸ ਸਾਰਿਆਂ ਨੂੰ ਇਕੁਅਲ ਰਾਈਟਸ, ਕੋਆਪਰੇਸ਼ਨ ਯੈਸ, ਤਾਂ ਆਲ ਦਾ ਅਬਵ। ਡੈਮੋਕ੍ਰੈਟਿਕ ਆਪਾਂ ਗੱਲ ਕਰ ਚੁੱਕੇ ਹਾਂ। ਡੈਮੋਕ੍ਰੈਟਿਕ ਐਡਮਿਨਿਸਟ੍ਰੇਸ਼ਨ ਜਾਂ ਐਟੀਟਿਊਡ, ਵਨ ਐਂਡ ਸੇਮ ਥਿੰਗ। ਵਿਚ ਇਜ਼ ਨਾਟ ਕਰੈਕਟਰਿਸਟਿਕ ਆਫ ਅਥੋਰੀਟੇਟਿਵ ਐਡਮਿਨਿਸਟ੍ਰੇਸ਼ਨ। ਦੇਖੋ ਅਥੋਰੀਟੇਟਿਵ ਤਾਨਾਸ਼ਾਹੀ ਐਡਮਿਨਿਸਟ੍ਰੇਸ਼ਨ, ਸ਼ੇਅਰਿੰਗ ਕਰਦਾ ਯਾਰ ਉਹ ਬੰਦਾ? ਨਹੀਂ ਕਰਦਾ। ਰਿਊਡਨੈਸ ਓਬਵੀਅਸਲੀ ਹੋ ਸਕਦੀ ਹੈ, ਨਹੀਂ ਵੀ ਹੋ ਸਕਦੀ, ਦਿਸ ਇਜ਼ ਨਾਟ ਜ਼ਰੂਰੀ ਨਹੀਂ ਹੈਗਾ। ਸਪਰੈਸ਼ਨ ਆਫ ਸਬੋਰਡੀਨੇਟਸ ਦੇਖੋ ਹੋ ਸਕਦਾ ਹੈ, ਨਹੀਂ ਵੀ ਹੋ ਸਕਦਾ, ਦੱਸੋ ਤੁਸੀਂ ਕੀ ਆਏਗਾ। ਸਟ੍ਰਿਕਟ ਡਿਸਿਪਲਿਨ, ਇਹ ਵੀ ਹੋ ਸਕਦਾ, ਨਹੀਂ ਹੋ ਸਕਦਾ, ਦੱਸੋ, ਸੋਚੋ, ਪੌਜ਼ ਕਰੋ ਤੇ ਐਲੀਮੀਨੇਸ਼ਨ ਮੈਥਡ ਲਗਾਓ। ਬਟ ਇਹ ਕੁਐਸਚਨ ਦੇ ਵਿੱਚ ਦੇਖੋ ਨਾਟ ਹੈ, ਨਾਟ ਅ ਕਰੈਕਟਰਿਸਟਿਕ। ਰਿਊਡਨੈਸ ਕਰੈਕਟਰਿਸਟਿਕਸ ਹੋ ਸਕਦੀ ਹੈ ਯੈਸ, ਸਪਰੈਸ਼ਨ ਆਫ ਸਬੋਰਡੀਨੇਟਸ ਹੋ ਸਕਦਾ, ਸਟ੍ਰਿਕਟ ਡਿਸਿਪਲਿਨ ਹੋ ਸਕਦਾ, ਤਾਂ ਇਹ ਆਪਸ਼ਨ ਨਹੀਂ ਹੈਗੀ। ਸ਼ੇਅਰਿੰਗ ਨਹੀਂ ਹੈਗੀ ਉਹਦੇ ਵਿੱਚ, ਉਹ ਸ਼ੇਅਰ ਨਹੀਂ ਕਰਦਾ ਕਦੇ ਵੀ। ਡਿਸਿਪਲਿਨ ਚਾਹੂਗਾ, ਧੱਕਾ ਕਰੂ ਨੀਚੇ ਵਾਲਿਆਂ ਨਾਲ, ਰਿਊਡ ਵੀ ਹੋਊਗਾ, ਤਾਂ ਦਿਸ ਰਾਈਟ ਆਪਸ਼ਨ ਇਜ਼ ਸ਼ੇਅਰਿੰਗ, ਕਿਉਂਕਿ ਇਹਨਾਂ ਨੇ ਪੁੱਛਿਆ ਨਾਟ ਦੀ ਕਰੈਕਟਰਿਸਟਿਕ। ਨੈਕਸਟ ਕੁਐਸਚਨ ਦੇਖਦੇ ਹਾਂ। ਸੈਂਸ ਆਫ ਰਿਸਪੌਂਸਿਬਿਲਿਟੀ ਇਜ਼, ਦੇਖੋ ਨਾਟ, ਧਿਆਨ ਰੱਖਣਾ ਬੜਾ, ਪੇਪਰ ਦੇ ਵਿੱਚ ਆਏਗਾ ਇਹ। ਸੈਂਸ ਆਫ ਰਿਸਪੌਂਸਿਬਿਲਿਟੀ ਇਜ਼ ਨਾਟ ਕੇਅਰਡ ਇਨ, ਕਿਹੜੇ ਚ ਹੁੰਦੀ ਹੈ ਜਿਹੜੀ ਸੈਂਸ ਆਫ ਰਿਸਪੌਂਸਿਬਿਲਿਟੀ ਦੀ ਪਰਵਾਹ ਨਹੀਂ ਕੀਤੀ ਜਾਂਦੀ? ਦੇਖੋ ਅਥੋਰੀਟੇਰੀਅਨ ਨਹੀਂ ਹੋ ਸਕਦਾ, ਇੰਸਟਰਕਸ਼ਨਲ ਹੈ ਹੀ ਨਹੀਂ। ਲੈਸਸ ਫੇਅਰ ਦੇ ਵਿੱਚ ਹੁੰਦਾ ਵੀ ਮਤਲਬ ਕੋਈ ਬੰਦਾ ਪ੍ਰੋਪਰ ਰਿਸਪੌਂਸਿਬਿਲਿਟੀ ਨਹੀਂ ਅਦਾ ਕਰਦਾ, ਠੀਕ ਹੈ, ਤਾਂ ਲੈਸਸ ਫੇਅਰ ਦੇ ਵਿੱਚ ਖੁੱਲ੍ਹੇਆਮ ਹੀ ਚੱਲਦਾ, ਕਹਿ ਦਿੰਦੇ ਯਾਰ ਕੋਈ ਸਿਸਟਮ ਨਹੀਂ ਹੈਗਾ, ਹਰ ਇੱਕ ਬੰਦਾ ਆਪਦੀ ਮਰਜ਼ੀ ਨਾਲ ਹੀ ਚਲਾ ਰਿਹਾ ਸਿਸਟਮ ਨੂੰ, ਤਾਂ ਉਹ ਜ਼ਿਆਦਾਤਰ ਲੋਕਾਂ 'ਤੇ ਡਿਪੈਂਡੈਂਟ ਹੁੰਦਾ, ਲੋਕਾਂ 'ਤੇ ਟਰਸਟ ਕੀਤਾ ਜਾਂਦਾ ਹੈ ਅਤੇ ਬਸ ਚੱਲ ਰਿਹਾ ਸਿਸਟਮ। ਜਿਵੇਂ ਪੰਜਾਬ ਦੇ ਹੋਰ ਬਹੁਤ ਜ਼ਿਆਦਾ ਡਿਪਾਰਟਮੈਂਟਸ ਚੱਲਦੇ ਨੇ, ਜਾਂ ਸਕੂਲ ਵੀ ਚੱਲਦੇ ਇੱਦਾਂ ਦੇ, ਜਿੱਥੇ ਮਤਲਬ ਟੀਚਰ ਬੜਾ ਹੀ, ਜਿਹੜਾ ਪ੍ਰਿੰਸੀਪਲ ਹੁੰਦਾ ਹੈ ਉਹ ਬੜਾ ਹੀ ਕਾਈਂਡ ਹਾਰਟਡ ਬੰਦਾ ਹੁੰਦਾ ਹੈ, ਬੜਾ ਮਤਲਬ ਰਿਸਪੌਂਸਿਬਿਲਿਟੀ ਲੈ ਕੇ ਰਾਜ਼ੀ ਨਹੀਂ ਹੁੰਦਾ, ਉਹ ਸਾਰਿਆਂ ਨੂੰ ਦੇ ਦਿੰਦਾ ਵੀ ਯਾਰ ਤੁਸੀਂ ਆਪ ਹੀ ਦੇਖ ਲਓ ਜਿਵੇਂ ਕਰਨਾ ਹੈ। ਤਾਂ ਸੈਂਸ ਆਫ ਰਿਸਪੌਂਸਿਬਿਲਿਟੀ ਲੈਸਸ ਕੇਅਰ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਘੱਟ ਹੁੰਦੀ ਹੈ। The power is concentrated in the hands of one or few people. ਇੱਕ ਬੰਦੇ ਕੋਲ ਜਾਂ ਕੁਝ ਬੰਦੇ ਹੀ ਬਹੁਤ ਜ਼ਿਆਦਾ ਪਾਵਰਫੁਲ ਨੇ, ਬਾਕੀ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ। ਦੇਖੋ ਡੀਸੈਂਟਰਲਾਈਜੇਸ਼ਨ, ਐਲੀਮੀਨੇਸ਼ਨ ਫੋਲੋ ਕਰਦੇ ਹਾਂ। ਡੀਸੈਂਟਰਲਾਈਜੇਸ਼ਨ ਹੁੰਦਾ ਜੋ ਥੱਲੇ ਵਾਲਿਆਂ ਨੂੰ ਪਾਵਰ ਦੇ ਦਿੱਤੀਆਂ ਜਾਣ, ਸੈਂਟਰਲਾਈਜ਼ ਨਾ ਹੋਵੇ ਚੀਜ਼ਾਂ, ਆਸੇ-ਪਾਸੇ ਸਭ ਨੂੰ ਵੰਡ ਦਿੱਤੀਆਂ ਜਾਣ ਪਾਵਰਸ। ਡੀਸੈਂਟਰਲਾਈਜੇਸ਼ਨ ਐਲੀਮੀਨੇਟ ਹੋ ਗਿਆ। ਕਮਾਂਡ ਕਰਨਾ ਨਹੀਂ, ਕੰਟਰੋਲ ਕਰਨਾ ਨਹੀਂ। ਸੈਂਟਰਲਾਈਜੇਸ਼ਨ, ਜਿਵੇਂ ਅੱਜ ਕੱਲ੍ਹ ਗੱਲਾਂ ਕਰਦੇ ਆ ਕਿ ਗਵਰਨਮੈਂਟ ਬਹੁਤ ਜ਼ਿਆਦਾ ਸੈਂਟਰਲਾਈਜ਼ ਹੋ ਗਈ ਹੈ ਸੈਂਟਰ ਵਿੱਚ, ਠੀਕ ਹੈ, ਸਾਰਾ ਕੁਝ ਉਹਨਾਂ ਨੇ ਆਪਦੇ ਕੋਲ ਹੀ ਲੈ ਲਿਆ ਹੈ, ਤਾਂ ਦੈਟ ਇਜ਼ ਕਾਲਡ ਸੈਂਟਰਲਾਈਜੇਸ਼ਨ। ਸਕੂਲ ਵਿੱਚ ਵੀ ਹੋ ਸਕਦਾ ਇਹ, ਜੇ ਇੱਕ ਪ੍ਰਿੰਸੀਪਲ ਹੋਵੇ ਤੇ 3-4 ਟੀਚਰ ਸਾਰਾ ਕੁਝ ਆਪਦੇ ਕੰਟਰੋਲ 'ਚ ਲੈ ਲੈਣ, ਤਾਂ ਦੈਟ ਵੀ ਕਾਲ ਐਜ਼ ਸੈਂਟਰਲਾਈਜ਼ੇਸ਼ਨ। ਵਾਟ ਇਜ਼ ਸੈਂਟਰਲ ਟੂ ਐਡਮਿਨਿਸਟ੍ਰੇਸ਼ਨ? ਐਡਮਿਨਿਸਟ੍ਰੇਸ਼ਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਕੀ ਹੈ, ਧੁਰਾ ਕੀ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਦਾ? ਦੇਖੋ ਐਲੀਮੀਨੇਸ਼ਨ ਮੈਥਡ ਫੋਲੋ ਕਰੋ ਫਰੈਂਡਸ। ਐਲੀਮੀਨੇਸ਼ਨ ਜੇ ਨਹੀਂ ਵੀ ਆਉਂਦਾ, ਇਟ ਡਜ਼ਨਟ ਮੈਟਰ ਨਹੀਂ ਕਰਦਾ। ਤੁਹਾਨੂੰ ਆਲਰੇਡੀ ਇੰਨੀ ਨੌਲੇਜ ਹੈ ਕਿ ਤੁਸੀਂ ਸਕੂਲ ਐਡਮਿਨਿਸਟ੍ਰੇਸ਼ਨ ਐਂਡ ਮੈਨੇਜਮੈਂਟ ਦੇ 100 ਦੇ 100 ਕੁਐਸਚਨ ਜਿੰਨੇ ਵੀ ਆਉਂਦੇ ਨੇ 100% ਸਕੋਰ ਕਰ ਲਓਗੇ। ਤੁਹਾਡੇ ਅੰਦਰ ਬੇਸਿਕ ਅੰਡਰਸਟੈਂਡਿੰਗ ਆਲਰੇਡੀ ਹੈ। ਜਸਟ ਐਲੀਮੀਨੇਸ਼ਨ ਮੈਥਡ ਯੂਜ਼ ਕਰੋ। ਕੀ ਹੁੰਦਾ? ਕੋਆਰਡੀਨੇਸ਼ਨ ਹੁੰਦਾ? ਨਹੀਂ ਹੁੰਦਾ ਯਾਰ। ਕਮਿਊਨੀਕੇਸ਼ਨ ਨਹੀਂ ਹੁੰਦਾ। ਆਰਗੇਨਾਈਜੇਸ਼ਨ ਨਹੀਂ। ਸਭ ਤੋਂ ਇੰਪੋਰਟੈਂਟ ਚੀਜ਼ ਹੁੰਦਾ ਡਿਸੀਜ਼ਨ ਮੇਕਿੰਗ। ਐਡਮਿਨਿਸਟ੍ਰੇਟਰ ਕਰਦੇ ਕੀ ਨੇ? ਫੈਸਲੇ ਲੈਂਦੇ ਨੇ, ਸਹੀ ਫੈਸਲੇ। ਜੇ ਡਿਸੀਜ਼ਨ ਮੇਕਿੰਗ ਸਹੀ ਹੈ ਤਾਂ ਸਿਸਟਮ ਬਹੁਤ ਅੱਛਾ ਚੱਲੇਗਾ। ਤਾਂ ਸੈਂਟਰਲ ਟੂ ਐਡਮਿਨਿਸਟ੍ਰੇਸ਼ਨ ਇਜ਼ ਡਿਸੀਜ਼ਨ ਮੇਕਿੰਗ। SNE is abbreviation of Schedule of New Entry. The level of school administration can best be judged through school. Friends, elimination ਲਗਾਓ, ਆਨਸਰ ਤੇ ਪਹੁੰਚ ਜਾਓਗੇ। ਟੀਚਰ ਸਟੂਡੈਂਟ ਰਿਲੇਸ਼ਨਸ ਨਹੀਂ, ਇਹ ਕੰਮ ਤਾਂ ਨਹੀਂ ਹੁੰਦਾ ਉਹਨਾਂ ਦਾ। ਬਿਊਟੀਫੁਲ ਬਿਲਡਿੰਗ, ਉਹਦਾ ਕੀ ਕਰਾਂਗੇ? ਬਿਲਡਿੰਗ ਦਾ ਬਿਊਟੀਫੁਲ ਮੈਟਰ ਹੀ ਨਹੀਂ ਕਰ ਰਹੀ। ਜੇ ਟੀਚਰ ਹੀ ਨਹੀਂ ਅੱਛਾ ਪੜ੍ਹਾ ਰਹੇ, ਬੱਚੇ ਪੜ੍ਹ ਹੀ ਨਹੀਂ ਰਹੇ ਵਧੀਆ, ਤਾਂ ਬਿਊਟੀਫੁਲ ਬਿਲਡਿੰਗ ਨੂੰ ਕੀ ਕਰਾਂਗੇ? ਹੈਡ ਟੀਚਰ ਦਾ ਕੀ ਕਰਾਂਗੇ? ਨਹੀਂ।
ਲਰਨਿੰਗ ਆਊਟਕਮਸ। ਇੱਕੋ ਹੀ ਪਰਪਸ ਹੁੰਦਾ ਸਕੂਲ ਦਾ, ਯਾਦ ਰੱਖੋ, ਸਾਰੇ ਐਜੂਕੇਸ਼ਨ ਸਿਸਟਮ ਦਾ, ਤਾਂ ਕਿ ਲਰਨਿੰਗ ਹੋਵੇ, ਲਰਨਿੰਗ ਹੋਵੇ, ਲਰਨਿੰਗ ਹੋਵੇ। ਕੋਆਰਡੀਨੇਟਿੰਗ, ਸਟੀਮੂਲੇਟਿੰਗ ਐਂਡ ਡਾਇਰੈਕਟਿੰਗ ਦੀ ਗਰੋਥ ਆਫ ਟੀਚਰ ਇਜ਼ ਦਾ ਪਰਪਸ ਆਫ। ਕਿਸ ਚੀਜ਼ ਦਾ ਪਰਪਸ ਹੁੰਦਾ ਹੈ? ਤੁਸੀਂ ਸੋਚੋ, ਬਹੁਤ ਜ਼ਿਆਦਾ ਆਪਾਂ ਨਾਰਮਲ ਡੇ ਟੂ ਡੇ ਲਾਈਫ ਦੇ ਵਿੱਚ ਇਹ ਜਿਹੜੀ ਈਵੈਂਟ ਹੈ ਹੁੰਦੀ ਹੈ ਆਪਣੀ ਲਾਈਫ ਦੇ ਵਿੱਚ। ਦੇਖੋ ਮੈਨੇਜਮੈਂਟ ਨਾਲ ਕੋਈ ਸੰਬੰਧ ਨਹੀਂ, ਮੈਨੇਜਮੈਂਟ ਕੀ ਕਰੂਗੀ? ਮੈਨੇਜਮੈਂਟ ਤਾਂ ਚੀਜ਼ਾਂ ਨੂੰ ਮੈਨੇਜ ਕਰਨਾ ਹੁੰਦਾ ਹੈ, ਐਡਮਿਨਿਸਟ੍ਰੇਸ਼ਨ ਵੀ ਨਹੀਂ ਹੈ। ਇਹ ਦੋਨਾਂ 'ਚ ਹੋ ਸਕਦਾ ਹੈ, ਇੰਸਪੈਕਸ਼ਨ ਤੇ ਸੁਪਰਵਿਜ਼ਨ। ਸੁਪਰਵਿਜ਼ਨ ਤੇ ਇੰਸਪੈਕਸ਼ਨ ਦੇਖੋ ਕੀ ਹੁੰਦਾ ਹੈ। ਇੰਸਪੈਕਸ਼ਨ ਕੀ ਕਰਦੀ ਹੈ? ਜਦੋਂ ਤੁਸੀਂ ਕਲਾਸ 'ਚੋਂ ਤੇ ਕੋਈ ਫਲਾਈਂਗ ਸਕੁਐਡ ਆ ਜਾਏ, ਚੈੱਕ ਕਰਨ ਆ ਜਾਏ ਵੀ ਟੀਚਰ ਆਇਆ ਕਿ ਨਹੀਂ, ਟੀਚਰ ਕੀ ਪੜ੍ਹਾ ਰਿਹਾ, ਤਾਂ ਉਹ ਸਟੀਮੂਲੇਟ ਕਰਦਾ ਹੈ ਕਿਹਨੂੰ? ਬੱਚਿਆਂ ਨੂੰ ਵੀ ਤੇ ਟੀਚਰਸ ਨੂੰ ਵੀ ਸਟੀਮੂਲੇਟ ਕਰਦਾ ਹੈ। ਠੀਕ ਹੈ, ਕੋਆਰਡੀਨੇਸ਼ਨ 'ਚ ਵੀ ਹੈਲਪ ਕਰਦੀ ਹੈ। ਤਾਂ ਇੰਸਪੈਕਸ਼ਨ ਹੈ, ਇੰਸਪੈਕਸ਼ਨਸ ਬੜੀਆਂ ਜ਼ਰੂਰੀ ਨੇ ਹਰ ਇੱਕ ਚੀਜ਼ ਦੇ ਵਿੱਚ। ਤਾਂ ਵਿਚ ਹੈਲਪਸ ਇਨ ਕੋਆਰਡੀਨੇਟਿੰਗ, ਸਟੀਮੂਲੇਟਿੰਗ ਐਂਡ ਡਾਇਰੈਕਟਿੰਗ ਦਾ ਗਰੋਥ। ਨੈਕਸਟ ਕੁਐਸਚਨ ਦੇਖਦੇ ਹਾਂ, ਬਜਟਿੰਗ ਇਜ਼ ਐਨ ਐਸਟੀਮੇਸ਼ਨ ਆਫ। ਬਜਟ ਕੀ ਹੁੰਦਾ ਹੈ? ਆਪਾਂ ਸਾਰੇ ਘਰ ਦਾ ਬਜਟ ਬਣਾਉਣੇ ਆ ਮਹੀਨੇ ਦਾ। ਇਨਵੈਸਟਮੈਂਟ ਤਾਂ ਨਹੀਂ ਹੁੰਦੀ ਬਜਟ, ਇਨਕਮ ਐਂਡ ਇਨਵੈਸਟਮੈਂਟ ਵੀ ਨਹੀਂ ਹੁੰਦੀ ਬਜਟ। ਬਜਟ ਹੁੰਦਾ ਯਾਰ ਇਨਕਮ ਕਿੰਨੀ ਹੈ ਆਪਣੀ, ਐਕਸਪੈਂਡੀਚਰ ਕਿੰਨਾ ਹੈ। ਗਵਰਨਮੈਂਟ ਆਫ ਇੰਡੀਆ ਫੈਬ ਦੇ ਮਹੀਨੇ ਦੇ ਵਿੱਚ ਬਜਟ ਪੇਸ਼ ਕਰਦੀ ਹੈ, ਉਹਦੇ ਵਿੱਚ ਹੁੰਦਾ ਕਿ ਇੰਨੀ ਇਨਕਮ ਅਸੀਂ ਐਕਸਪੈਕਟ ਕਰ ਰਹੇ ਹਾਂ, ਇਸ ਚੀਜ਼ਾਂ ਦੇ ਅਸੀਂ ਪੈਸੇ ਲਗਾਵਾਂਗੇ। ਤਾਂ ਇਟ ਇਜ਼ ਇਨਕਮ ਐਂਡ ਐਕਸਪੈਂਡੀਚਰ ਸਟੇਟਮੈਂਟ। ਲਿਮਿਟਿਡ ਟੂ ਕੁਆਂਟੀਟੇਟਿਵ ਡਿਸਕ੍ਰਿਪਸ਼ਨ। ਕੁਆਂਟੀਟਿਵ ਹੁੰਦੀ ਹੈ ਮਤਲਬ ਡਾਟਾ, ਡਾਟਾ ਦੇ ਬੇਸ ਤੇ। ਇੱਕ ਹੁੰਦਾ ਵਰਡ ਕੁਆਲੀਟੇਟਿਵ। ਕੁਆਲੀਟੇਟਿਵ ਕੀ ਹੈ? ਕੁਆਲੀਟੇਟਿਵ ਹੈ ਜਿਹਨੂੰ ਮਤਲਬ ਕੁਆਲਿਟੀ ਹੈ ਜਿਹਦੇ ਵਿੱਚ, ਜਿਹਨੂੰ ਡਾਟੇ ਦੇ ਵਿੱਚ ਨਹੀਂ ਮੈਜਰ ਕੀਤਾ ਜਾ ਸਕਦਾ। ਜਿਵੇਂ ਓਨੈਸਟੀ ਹੈ, ਓਨੈਸਟੀ ਕੀ ਹੈ? ਕੁਆਲੀਟੇਟਿਵ ਟਰਮ ਹੈ। ਮੋਰੈਲਿਟੀ ਕੀ ਹੈ? ਕੁਆਲੀਟੇਟਿਵ ਟਰਮ ਹੈ। ਕੁਆਂਟੀਟਿਵ ਸਿਰਫ ਡਾਟਾ ਨਾਲ ਰਿਲੇਟਡ ਹੈ। ਤਾਂ ਲਿਮਿਟਿਡ ਟੂ ਕੁਆਂਟੀਟਿਵ ਡਿਸਕ੍ਰਿਪਸ਼ਨ ਆਫ ਪੀਪਲਸ ਪਰਫਾਰਮੈਂਸ ਇਜ਼। ਇਹਦੇ ਵਿੱਚ ਦੇਖੋ ਯਾਰ, ਅਸੈਸਮੈਂਟ ਇਹ ਬੜੇ ਤਰੀਕੇ ਦੀ ਹੋ ਜਾਂਦੀ ਹੈ, ਇਵੈਲੂਏਸ਼ਨ ਵੀ ਹੋ ਜਾਂਦੀ ਹੈ, ਬਟ ਜਿਹੜੀ ਚੀਜ਼ ਸਿਰਫ ਲਿਮਿਟਿਡ ਕੁਆਂਟੀਟੇਟਿਵ ਤੇ ਹੈ ਸਿਰਫ। ਦੇਖੋ ਆ ਤਾਂ ਸਾਰੀਆਂ ਇਵੈਲੂਏਸ਼ਨ ਇਹ ਕੁਆਲੀਟੇਟਿਵ ਵੀ ਹੋ ਸਕਦੀ ਹੈ, ਕੁਆਂਟੀਟੇਟਿਵ ਵੀ ਹੋ ਸਕਦੀ ਹੈ, ਤਾਂ ਦਿਸ ਇਜ਼ ਨਾਟ ਐਨ ਆਪਸ਼ਨ। ਅਸੈਸਮੈਂਟ ਵੀ, ਟੈਸਟ ਵੀ ਕੁਆਲੀਟੇਟਿਵ ਵੀ ਹੋ ਸਕਦਾ, ਕੁਆਂਟੀਟੇਟਿਵ। ਬਟ ਮੈਜਰਮੈਂਟ ਕੀ ਹੈ? ਮੈਜਰ ਕਰਨਾ ਕਿਸੇ ਚੀਜ਼ ਨੂੰ, ਇਹ ਸਿਰਫ ਕੁਆਂਟੀਟੀ ਡਾਟਾ ਬੇਸਡ ਹੁੰਦਾ ਹੈ। ਤਾਂ ਫਰੈਂਡਸ, ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ। ਕਿਵੇਂ ਲੱਗੇ ਤੁਹਾਨੂੰ ਇਹ ਕੁਐਸਚਨਸ? ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਗੇ, ਕਿਸ ਤਰ੍ਹਾਂ ਲੱਗੀ ਤੁਹਾਨੂੰ ਇਹ ਮੈਥਡੋਲੋਜੀ?